ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ, ਇਹ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਉਹ ਚਾਲਾਂ ਵਾਲੀ ਕਹਾਣੀਆਂ, ਜਿਹੜੀ ਗਰੰਟੀਆਂ ਵਾਲੇ ਉਹ ਕਾਰਡ ਸੁੱਟਦੇ ਨੇ ਨਾ, ਉਹਦੇ ਟਰੈਪ 'ਚ ਫਸੇ ਹੋਏ ਨਜ਼ਰ ਆਉਂਦੇ ਨੇ। ਜਿਸ ਦਿਨ ਕੇਜਰੀਵਾਲ ਸਾਹਿਬ ਪਹਿਲੀ ਗੱਲ ਕਰਦੇ ਨੇ ਕਿ ਬਿਜਲੀ ਸਸਤੀ ਦੇਵਾਂਗੇ, ਉਸੇ ਦਿਨ ਇਹ ਕਹਿੰਦੇ ਆ ਕਿ ਤੁਸੀਂ 200 ਯੂਨਿਟ ਦੇਵਾਂਗੇ, ਅਸੀਂ 300 ਯੂਨਿਟ ਜਿਹੜੀ ਆ ਉਹ ਫ੍ਰੀ ਦੇਵਾਂਗੇ, ਤੇ ਅਗਲੇ ਦਿਨ ਹੀ ਚੰਨੀ ਸਾਹਿਬ ਦਾ ਬਿਆਨ ਆ ਜਾਂਦਾ ਕਿ ਅਸੀਂ 400 ਯੂਨਿਟ ਦੇਵਾਂਗੇ। ਸੋ ਇਸ ਚੀਜ਼ ਨੂੰ ਇਦਾਂ ਦੇਖਿਆ ਲੱਗਦਾ ਕਿ ਇਹ ਬਿਲਕੁਲ ਉਹਨਾਂ ਦੇ ਜਾਲ ਵਿੱਚ ਫਸੇ ਹੋਏ ਨੇ। ਅਸੀਂ ਦੇਖਿਆ ਕਿ ਇੱਕ ਹੀ ਪਿੰਡ ਦੇ ਵਿੱਚ ਇੱਕੋ ਹੀ ਕੈਂਪਸ ਦੇ ਵਿੱਚ ਦੋ ਸਕੂਲ ਚੱਲਦੇ ਨੇ, ਇੱਕ ਮਿਡਲ ਸਕੂਲ ਵੱਖਰਾ ਆ ਤੇ ਐਲੀਮੈਂਟਰੀ ਸਕੂਲ ਵੱਖਰਾ ਆ। ਇਹ ਸਾਰੀਆਂ ਕਹਾਣੀਆਂ ਜਿਹੜੀਆਂ ਆ ਇਹ ਸਿਆਸਤ ਵੱਲੋਂ ਘੜੀਆਂ ਗਈਆਂ। ਹੁਣ ਇਹਨਾਂ ਨੇ ਫਿਰ ਕਿਹਾ ਕਿ ਅਸੀਂ ਹਰ ਬਲਾਕ ਲੈਵਲ ਤੇ ਜਾਂ ਹਰ ਜ਼ਿਲ੍ਹਾ ਲੈਵਲ ਤੇ ਕੋਈ ਵਧੀਆ ਸਕੂਲ ਜਿਹੜੇ ਬਣਾਵਾਂਗੇ। ਦੇਖੋ, ਇਹ ਨਿਰੇ ਪੁਰੇ ਨਾਰੇ ਨੇ ਕਿ ਵਧੀਆ ਸਕੂਲ ਬਣਾਵਾਂਗੇ, ਜਿਹੜੇ ਬਣੇ ਹੋਏ ਆ ਉਹਨਾਂ ਨੂੰ ਸੁਧਾਰ ਲਓ। 4.5 ਸਾਲ ਜਿਹੜੀ ਪੰਜਾਬ ਦੀ ਕਾਂਗਰਸ ਸਰਕਾਰ ਸੀ, ਉਹਨਾਂ ਨੇ ਆਪ ਵੀ ਕੁਝ ਨਹੀਂ ਕੀਤਾ ਤੇ ਦੂਜੀਆਂ ਪਾਰਟੀਆਂ ਜਿਹੜੀਆਂ ਸੀ ਉਹ ਵੀ ਫਿਰ ਬ੍ਰੇਕ ਦੇ ਵਿੱਚ ਹੀ ਰਹੀਆਂ। ਪੰਜਾਬ ਤੋਂ ਦਿੱਲੀ ਵੱਲ ਨੂੰ ਜਿਹੜੀਆਂ ਕਾਰਾਂ ਗਈਆਂ, ਉਹ ਆਪਣੀ ਮਿਨਿਸਟਰੀ ਬਚਾਉਣ ਲਈ ਜਾਂ ਮਿਨਿਸਟਰ ਨਵੇਂ ਬਣਨ ਲਈ, ਜਾਂ ਜਿਹੜੇ ਲੱਥੇ ਹੋ ਸੀ ਉਹਨਾਂ ਨੇ ਮਿਨਿਸਟਰੀਆਂ ਲੈਣ ਲਈ, ਉਹ ਕਾਰਾਂ ਕਹਿੰਦੇ ਖਾਲੀ ਨਹੀਂ ਗਈਆਂ, ਉਹ ਡਿੱਕੀਆਂ ਭਰ ਕੇ ਲੈ ਕੇ ਗਏ ਨੇ। ਤੇ ਜੇਕਰ ਤੁਸੀਂ ਉਹ 3 ਮੈਂਬਰੀ ਕਮੇਟੀ ਬਣਾ ਕੇ ਹੀ ਰਿਪੋਰਟ ਖੋਲ੍ਹਣ ਜਾਂ ਨਾ ਖੋਲ੍ਹਣ ਦਾ ਫੈਸਲਾ ਕਰਨਾ, ਤਾਂ ਫਿਰ ਤੁਸੀਂ ਜਦੋਂ ਤੁਹਾਡੇ ਕੋਲ ਅਖਤਿਆਰ ਨਹੀਂ ਸੀ, ਤੁਸੀਂ ਉਦੋਂ ਕਿਉਂ ਰੌਲਾ ਪਾਉਂਦੇ ਸੀ ਪਿਆ ਕਰੋ ਉਹ ਕਰੋ। ਕਦੇ ਵੀ ਨਹੀਂ ਦੇਖਿਆ ਜਾਂਦਾ ਕਿ ਇੱਕ ਕਾਂਗਰਸ ਦੇ ਲੀਡਰ ਦੀ ਜਿਹੜੀ ਗੱਲਬਾਤ ਆ ਉਹ ਬੀਜੇਪੀ ਦੇ ਲੀਡਰ ਦੇ ਨਾਲ ਜਾਂ ਲੀਡਰਸ਼ਿਪ ਨਾਲ ਹੋਵੇ। ਇਹ ਕੁਝ ਵੀ ਸਮਝ ਨਹੀਂ ਆਉਂਦੀ ਕਿ ਕੌਣ ਬੰਦਾ ਅੱਜ ਕਿਹੜੀ ਪਾਰਟੀ 'ਚ ਹੈ ਤੇ ਕੱਲ੍ਹ ਕਿੱਧਰ ਜਾਵੇਗਾ। ਜਿਸ ਦਿਨ ਤੋਂ ਮੱਕੜ ਸਾਹਿਬ ਨੇ ਤੇ ਸਿਰਸਾ ਸਾਹਿਬ ਨੇ ਅਕਾਲੀ ਦਲ ਛੱਡ ਕੇ ਉੱਧਰਲੇ ਪਾਸਾ ਮਾਰਿਆ, ਉਸ ਦਿਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਵੀ ਜਿਹੜੀ ਆ ਉਹ ਠੰਡ ਜਿਹੜੀ ਆ ਜ਼ਿਆਦਾ ਲੱਗਣ ਲੱਗ ਗਈ ਹੋਣੀ ਆ। ਬੀਜੇਪੀ ਦੇ ਸਿਰ ਕੋਈ ਵੀ ਪੰਜਾਬੀਆਂ ਦਾ ਨੁਕਸਾਨ ਕਰਨ ਵਾਲੀ ਗੱਲ ਸਾਹਮਣੇ ਨਹੀਂ ਆਉਂਦੀ ਸਿੱਧੇ ਤੌਰ। ਯੂਪੀ ਤੇ ਬਿਹਾਰ ਵਿੱਚ ਜਿੰਨੀ ਜਾਤੀ ਦੇ ਤੇ ਧਰਮ ਦੇ ਪੱਤੇ ਖੇਡੇ ਜਾਂਦੇ ਨੇ, ਬਾਕੀਆਂ ਦੇ ਵਿੱਚ ਤੇ ਉਹਦਾ ਕੁਝ ਹਿੱਸਾ ਵੀ ਨਹੀਂ ਹੈਗਾ। ਤਿੰਨਾਂ ਹੀ ਮੰਦਰਾਂ ਦੇ ਐਡਜੋਇਨਿੰਗ ਨਾਲ ਦੀ ਨਾਲ ਜਿਹੜੀਆਂ ਆ ਉਹ ਮਸਜਿਦਾਂ ਬਣੀਆਂ ਹੋਈਆਂ, ਉਹਨਾਂ ਦੇ ਕਰਕੇ ਹੀ ਕੋਰਟਾਂ ਦੇ ਵਿੱਚ ਅਦਾਲਤਾਂ ਦੇ ਵਿੱਚ ਕੇਸ ਚੱਲਦੇ ਆ। ਤੇ ਇਹਨਾਂ ਮੁੱਦਿਆਂ ਨੂੰ ਲੈ ਕੇ ਬੀਜੇਪੀ ਨੇ ਆਪਣੀ ਜਿਹੜੀ ਰਾਜਨੀਤੀ ਆ ਉਹ ਸ਼ੁਰੂ ਕੀਤੀ। ਮੋਦੀ ਤੇ ਸ਼ਾਹ ਦੀ ਜੋੜੀ ਨੂੰ ਜੇ ਸਾਰੇ ਭਾਰਤ ਦੇ ਵਿੱਚ ਕੋਈ ਬੀਜੇਪੀ ਦਾ ਬੰਦਾ ਉਹਨਾਂ ਦੀਆਂ ਅੱਖਾਂ 'ਚ ਰੜਕਦਾ ਤੇ ਉਹ ਯੋਗੀ ਨਹੀਂ। ਕਿਸੇ ਨੂੰ ਤੁਸੀਂ ਲਾਲ ਟੋਪੀ ਵਾਲਾ ਕਹਿ ਦਿਓ ਜਾਂ ਹਰੀ ਟੋਪੀ ਵਾਲਾ ਕਹਿ ਦਿਓ, ਉਹਦੇ 'ਚ ਤੁਹਾਡੀ ਸਟੇਟਸਮੈਨਸ਼ਿਪ ਨਹੀਂ ਹੈਗੀ। ਸਟੇਟਸਮੈਨਸ਼ਿਪ ਤਾਂ ਇਸ ਗੱਲ ਦੇ ਵਿੱਚ ਹੈ ਕਿ ਕੀ ਤੁਸੀਂ ਇਸੇ ਰਾਜ ਦੇ ਵਿੱਚ ਹੁੰਦਿਆਂ ਜਦੋਂ ਕੋਵਿਡ ਦਾ ਦੌਰ ਸੀ ਉਦੋਂ ਵੀ ਤੁਸੀਂ ਕੋਈ ਗੱਲ ਕੀਤੀ ਜਿਹੜੇ ਲੋਕ ਮਰੇ ਸੀ? ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਅੱਜ ਦੇ ਪ੍ਰੋਗਰਾਮ 'ਚ ਸਾਡੇ ਐਕਸਪਰਟ ਹੋਣਗੇ ਅੰਮ੍ਰਿਤਪਾਲ ਸ਼ਰਮਾ ਜੀ, ਤੇ ਰੋਜ਼ ਦੀ ਤਰ੍ਹਾਂ ਅਸੀਂ ਗੱਲ ਕਰਾਂਗੇ ਪੰਜਾਬ ਦੀ ਰਾਜਨੀਤੀ ਦੀ ਤੇ ਗੱਲ ਮੁਲਕ ਦੀ ਸਿਆਸਤ ਦੀ ਵੀ ਕਰਾਂਗੇ। ਸਤਿ ਸ਼੍ਰੀ ਅਕਾਲ ਸ਼ਰਮਾ ਜੀ, ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਸੁਖਬੀਰ ਜੀ, ਕੀ ਹਾਲ ਚਾਲ ਜੀ? ਹਾਲ ਬਹੁਤ ਵਧੀਆ ਨੇ। ਪ੍ਰੋਗਰਾਮ ਦੀ ਸ਼ੁਰੂਆਤ ਮੈਂ ਪੰਜਾਬ ਦੀ ਸਿਆਸਤ ਤੋਂ ਕਰੂੰਗੀ, ਜਿਹੜੀ ਕਿ ਮੈਂ ਪਹਿਲਾਂ ਵੀ ਕਹਿੰਦੀ ਹੁੰਦੀ ਹਾਂ ਕਿ ਸਿਆਸਤ ਘੱਟ ਤੇ ਸਰਕਸ ਅੱਜ ਕੱਲ੍ਹ ਵਧੇਰੇ ਜਾਪਦੀ ਆ। ਇੱਕ ਬੰਦਾ ਕਹਿੰਦਾ ਹੈ ਕਿ ਔਰਤਾਂ ਨੂੰ ਮੈਂ 1000 ਰੁਪਇਆ ਪ੍ਰਤੀ ਮਹੀਨਾ ਦਊਂਗਾ, ਦੂਜਾ ਉੱਠਦਾ ਤੇ ਕਹਿੰਦਾ ਜੀ ਮੈਂ 2000 ਰੁਪਇਆ ਦਊਂਗਾ। ਪਹਿਲਾਂ ਇਹ ਸਿਆਸਤ ਕਿਸਾਨ ਅੰਦੋਲਨ ਦੇ ਦੁਆਲੇ ਘੁੰਮੀ, ਫਿਰ ਅਨੁਸੂਚਿਤ ਜਾਤੀਆਂ ਦੇ ਦੁਆਲੇ ਘੁੰਮਦੀ ਰਹੀ, ਫਿਰ ਸਿੱਖਿਆ ਦੇ ਦੁਆਲੇ ਘੁੰਮੀ, ਫਿਰ ਅਧਿਆਪਕਾਂ ਦੇ ਦੁਆਲੇ ਘੁੰਮੀ, ਤੇ ਅੱਜ ਕੱਲ੍ਹ ਹਰ ਸਿਆਸਤਦਾਨ ਮਹਿਲਾ ਪੱਤਾ ਖੇਡ ਰਿਹਾ ਆ। ਫਿਕਰਾਂ ਦੀ ਗੱਲ, ਮੁੱਦਿਆਂ ਦੀ ਗੱਲ ਕੋਈ ਨਹੀਂ ਕਰਦਾ, ਪੰਜਾਬ ਦੀ ਫਿਕਰ ਕੋਈ ਨਹੀਂ ਕਰਦਾ। ਇੱਕੋ ਹੀ ਫਿਕਰਾਂ ਵਾਲਾ ਤੇ ਮੁੱਦਿਆਂ ਵਾਲਾ ਬਾਬਾ ਇਹਨਾਂ ਕੋਲ ਨਵਜੋਤ ਸਿੰਘ ਸਿੱਧੂ। ਤੇ ਸਵਾਲ ਮੇਰਾ ਇਹ ਆ ਕਿ ਜੇ ਸਿਆਸਤ ਇਸੇ ਤਰ੍ਹਾਂ ਘੁੰਮਦੀ ਰਹੀ, ਸਾਡੀਆਂ ਅੱਖਾਂ 'ਚ ਘੱਟਾ ਪਾਉਂਦੇ ਰਹੇ, ਤੇ ਕੀ ਬਣੂਗਾ ਪੰਜਾਬ ਦਾ? ਦੇਖੋ ਜੀ, ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਫਿਰ ਅਸੀਂ ਪਿੱਛੇ ਨੂੰ ਇਤਿਹਾਸ ਫੋਲਦੇ ਜਿੱਥੇ ਤੱਕ ਮਰਜ਼ੀ ਚਲੇ ਜਾਈਏ, ਬਹੁਤ ਚੰਗੇ ਰੌਂ ਦੇ ਵਿੱਚ ਹੀ ਰਹੀ ਹੈ ਇਹ ਧਰਤੀ, ਕਿਉਂਕਿ ਬੜੀ ਜ਼ਰਖੇਜ਼ ਆ, ਬੜੀ ਕਮਾਊ ਲੋਕ ਨੇ, ਬੜੇ ਮਿਹਨਤੀ ਨੇ। ਸਿਆਸਤ ਨੇ ਤੇ ਸਿਆਸਤ ਕਰਨੀ ਆ, ਸਿਆਸਤ ਨੇ ਤੇ ਪਾਲਿਸੀ ਬਣਾਉਣੀ ਆ। ਤੇ ਇੱਕ ਬੜੇ ਪੁਰਾਣੇ ਫਿਲਮ ਡਾਇਰੈਕਟਰ ਉਹ ਕਹਿੰਦੇ ਨੇ ਕਿ ਜਿੱਥੋਂ ਚੀਜ਼ ਬਣਾਉਣ ਵਾਲੀ ਹੋਵੇ ਉਹਦੇ ਵਿੱਚ ਮਿਲਾਵਟ ਹੋ ਜਾਂਦੀ ਆ, ਜਿਹੜੀ ਪਾਲਿਸੀ ਆ ਉਹਦੇ 'ਚ ਫਿਰ ਮਿਲਾਵਟ ਜਿਹੜੀ ਹੋ ਹੀ ਜਾਂਦੀ ਆ। ਜਿਹੜੀ ਚੀਜ਼ ਕੁਦਰਤੀ ਇੱਕ ਪ੍ਰਾਪਰਟੀ ਦੇ ਤੌਰ 'ਤੇ ਚੱਲਦੀ ਆ ਉਹ ਵੱਖਰੀ ਗੱਲ ਆ। ਜਿੱਦਾਂ ਫਿਰ ਅਸੀਂ ਫਿਲਾਸਫੀ ਦੀਆਂ ਗੱਲਾਂ ਕਰਦੇ, ਅਸੀਂ ਕਹਿੰਦੇ ਹਾਂ ਕਿ ਸੂਰਜ ਨਹੀਂ ਸੋਚਦਾ ਕਿ ਰੋਸ਼ਨੀ ਚੰਗੇ ਨੂੰ ਦੇਣੀ ਆ ਕਿ ਮਾੜੇ ਨੂੰ ਦੇਣੀ ਆ। ਪਾਣੀ ਨਹੀਂ ਸੋਚਦਾ ਕਿ ਉਹਨੇ ਪਿਆਸ ਚੰਗੇ ਦੀ ਬੁਝਾਉਣੀ ਆ ਕਿ ਮਾੜੇ ਦੀ ਬੁਝਾਉਣੀ ਆ। ਪਰ ਜਿਹੜੀ ਪਾਲਿਸੀ ਬਣਦੀ ਆ, ਜਦੋਂ ਕੋਈ ਚੀਜ਼ ਘੜੀ ਜਾਂਦੀ ਆ, ਉਹਦੇ ਪਿੱਛੇ ਫਿਰ ਮੋਟਿਵ ਹੁੰਦੇ ਨੇ, ਮੰਤਵ ਹੁੰਦੇ ਨੇ, ਉਹ ਨੈਚੁਰਲ ਪ੍ਰੋਸੈਸ ਨਹੀਂ ਹੁੰਦਾ। ਇਸ ਕਰਕੇ ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ, ਕਮੀਆਂ ਜਿਹੜੀਆਂ ਉਹ ਰਹਿ ਜਾਂਦੀਆਂ।
ਤੁਸੀਂ ਪੰਜਾਬ ਦੀ ਸਿਆਸਤ ਦੀ ਗੱਲ ਕਰਦੇ ਆ ਤੇ ਸਿਆਸਤ ਜਿਹੜੀ ਆ ਉਹ ਹਮੇਸ਼ਾ ਹੀ ਕੁਰਸੀ ਦੀ ਲਾਲਚ ਦੇ ਆਲੇ ਦੁਆਲੇ ਦੌੜੀ ਰਹਿੰਦੀ ਆ ਕਿ ਇਹ ਕੁਰਸੀ ਜਿਹੜੀ ਆ ਉਹਨੇ ਕਿੱਦਾਂ ਪ੍ਰਾਪਤ ਕਰਨੀ ਆ, ਕਿਹੜੇ ਹੀਲਿਆਂ ਦੇ ਨਾਲ ਕਿਵੇਂ ਅੱਡੀਆਂ ਚੁੱਕ ਕੇ ਕੁਰਸੀ ਦੇ ਇੱਕ ਬਾਂਹ ਨੂੰ ਹੱਥ ਪਾਉਣਾ, ਫਿਰ ਦੂਜੀ ਲੱਤ ਫੜਨੀ ਆ, ਫਿਰ ਉਸ ਕੁਰਸੀ ਤੇ ਪਲਾਕੀ ਮਾਰ ਕੇ ਬਹਿ ਜਾਣਾ ਤੇ ਫਿਰ 5 ਸਾਲ ਦੀ ਫਿਕਰ ਨਹੀਂ ਰਹਿੰਦੀ। ਅਗਲੀ ਵਾਰ ਉਸ ਕੁਰਸੀ ਤੇ ਬਹਿਣ ਦੀ ਫਿਕਰ ਜਿਹੜੀ ਉਹ ਪਹਿਲਾਂ ਹੀ ਸਤਾਉਣ ਲੱਗ ਜਾਂਦੀ ਹੈ। ਤੁਸੀਂ ਜਿਹੜੀ ਗੱਲ ਕੀਤੀ ਸੁਖਬੀਰ ਸਿੰਘ ਬਾਦਲ ਤੇ ਕੇਜਰੀਵਾਲ ਵਾਲੇ ਮੁੱਦਿਆਂ ਦੀ ਜਾਂ 1000 ਰੁਪਏ ਤੇ 2000 ਰੁਪਏ ਦੀ, ਮੈਂ ਇਹਨੂੰ ਦੂਜੇ ਤਰੀਕੇ ਨਾਲ ਦੇਖਾਂ ਤੇ ਇੰਜ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ, ਇਹ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਉਹ ਚਾਲਾਂ ਵਾਲੀ ਕਹਾਣੀਆਂ, ਜਿਹੜੀ ਗਰੰਟੀਆਂ ਵਾਲੇ ਉਹ ਕਾਰਡ ਸੁੱਟਦੇ ਨੇ ਨਾ, ਉਹਦੇ ਟਰੈਪ 'ਚ ਫਸੇ ਹੋਏ ਨਜ਼ਰ ਆਉਂਦੇ ਨੇ ਜੀ। ਹੋਣਾ ਤੇ ਇਹ ਚਾਹੀਦਾ ਕਿ ਇਹ ਦੋਨੋਂ ਪੰਜਾਬ ਦੀਆਂ ਆਪਣੇ ਆਪ ਨੂੰ ਪੰਜਾਬ ਦੀਆਂ ਪਾਰਟੀਆਂ ਕਹਿੰਦੇ ਨੇ, ਖਾਸ ਕਰਕੇ ਅਕਾਲੀ ਦਲ ਤੇ ਪੰਜਾਬ ਦਾ ਲੋਕਲ ਸਿਆਸੀ ਧਿਰ ਹੋਣ ਦਾ ਦਾਅਵਾ ਕਰਦੇ ਨੇ ਕਿ ਅਸੀਂ ਸਿਰਫ ਔਰ ਸਿਰਫ ਪੰਜਾਬ ਦੀ ਜਿਹੜੀ ਆ ਪਾਰਟੀਆਂ, ਅਸੀਂ ਪੰਜਾਬ ਦੀ ਜਿਹੜੀ ਆ ਲੋਕਲ ਲੈਵਲ ਦੀ ਪਾਰਟੀ ਜਾਂ ਜਿਹਨੂੰ ਅਸੀਂ ਕਹਿੰਦੇ ਆ ਕਿ ਖਿੱਤੇ ਦੀ ਪਾਰਟੀਆਂ, ਖੇਤਰੀ ਪਾਰਟੀਆਂ ਜੀ। ਤੇ ਫਿਰ ਇਹਨਾਂ ਕੋਲ ਉਸ ਖਿੱਤੇ ਲਈ ਵਧੀਆ ਰੋਡ ਮੈਪ, ਵਧੀਆ ਪਲਾਨ, ਵਧੀਆ ਇਰਾਦੇ ਤੇ ਵਧੀਆ ਜਿਹੜੀ ਆ ਇੱਕ ਪਾਲਿਸੀ ਹੋਣੀ ਚਾਹੀਦੀ ਆ, ਜਦ ਕਿ ਇਹ ਉਸ ਗੱਲ ਦੇ ਵਿੱਚ ਫਸਦੇ ਹੋਏ ਨਜ਼ਰ ਆਉਂਦੇ ਨੇ। ਜਿਸ ਦਿਨ ਕੇਜਰੀਵਾਲ ਸਾਹਿਬ ਪਹਿਲੀ ਗੱਲ ਕਰਦੇ ਨੇ ਕਿ ਬਿਜਲੀ ਸਸਤੀ ਦੇਵਾਂਗੇ, ਉਸੇ ਦਿਨ ਇਹ ਕਹਿੰਦੇ ਆ ਕਿ ਤੁਸੀਂ 200 ਯੂਨਿਟ ਦੇਵਾਂਗੇ, ਅਸੀਂ 300 ਯੂਨਿਟ ਜਿਹੜੀ ਆ ਉਹ ਫ੍ਰੀ ਦੇਵਾਂਗੇ, ਤੇ ਅਗਲੇ ਦਿਨ ਹੀ ਚੰਨੀ ਸਾਹਿਬ ਦਾ ਬਿਆਨ ਆ ਜਾਂਦਾ ਕਿ ਅਸੀਂ 400 ਯੂਨਿਟ ਦੇਵਾਂਗੇ। ਸੋ ਇਸ ਚੀਜ਼ ਨੂੰ ਇਦਾਂ ਦੇਖਿਆ ਲੱਗਦਾ ਕਿ ਇਹ ਬਿਲਕੁਲ ਉਹਨਾਂ ਦੇ ਜਾਲ ਵਿੱਚ ਫਸੇ ਹੋਏ ਨੇ। ਫਿਰ ਜਿਸ ਦਿਨ ਉਹਨਾਂ ਨੇ ਗੱਲ ਕੀਤੀ ਬੀਬੀਆਂ ਨੂੰ 1000 ਰੁਪਈਆ ਦੇਣ ਦੀ, ਤੇ ਇਹਨਾਂ ਨੇ ਹੁਣ 2000 ਦੀ ਗੱਲ ਕਰ ਦਿੱਤੀ ਤੇ ਸਾਨੂੰ ਯਾਦ ਆ, ਇਹ ਤੇ ਦਰਸ਼ਕ ਵੀ ਜਿਹੜੇ ਰਾਜਨੀਤੀ ਦੇ ਅੱਜ ਕੱਲ੍ਹ ਜੁੜੇ ਹੋਏ ਨੇ ਉਹ ਇਸ ਗੱਲ ਨੂੰ ਸਮਝਦੇ ਨੇ ਕਿ ਜਿਹੜੇ ਇਹਨਾਂ ਨੇ ਸਿਆਸਤ ਦੀ ਆਪਣੀ ਚਮਕਾਉਣ ਲਈ ਇੱਕ ਪਾਰਟੀ ਜਾਂ ਇੱਕ ਜਿਹੜੀ ਆਰਗੇਨਾਈਜੇਸ਼ਨ ਹੈ ਉਹਨੂੰ ਸੰਪਰਕ ਕੀਤਾ ਸੀ, ਸੁਨੀਲ ਕੋਨੂਗੋਲੂ ਜਿਹੜੇ ਕਿ ਇਹਨਾਂ ਦੇ ਸਿਆਸੀ ਸਲਾਹਕਾਰ ਬਣ ਕੇ ਆਏ ਸੀ, ਉਹਨਾਂ ਨੇ ਵੀ ਇਹਨਾਂ ਨੂੰ 13 ਨੁਕਤਿਆਂ ਦਾ ਪ੍ਰੋਗਰਾਮ ਦਿੱਤਾ ਸੀ, ਪਰ ਉਹ 2 ਦਿਨ ਤਾਂ ਉਹ ਚਰਚਾ 'ਚ ਰਿਹਾ, ਮੁੜ ਕੇ ਉਹਨੇ ਕੋਈ ਚਰਚਾ ਬਟੋਰੀ ਨਹੀਂ। ਪਰ ਚਰਚਾ ਜਿਹੜੀ ਆ ਉਹ ਹਮੇਸ਼ਾ ਫਿਰ ਕੇਜਰੀਵਾਲ ਦੇ ਮੁੱਦੇ ਦੇ ਪਿੱਛੇ ਲੱਗ ਕੇ ਆਪਣੀ ਗੱਲ ਕਰਨ ਵਾਲੀ ਜਿਹੜੀ ਆ ਉਹ ਗੱਲ ਵੱਡੀ ਨਜ਼ਰ ਆਉਣ ਲੱਗ ਜਾਂਦੀ ਆ। ਕੁਝ ਗੱਲਾਂ ਕਰਦੇ ਨਜ਼ਰ ਆਉਂਦੇ ਨੇ, ਜਿੱਦਾਂ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਤੇ ਪਿਛਲੀ ਵਾਰ ਮੈਰੀਟੋਰੀਅਸ ਸਕੂਲ ਬਣਾਏ ਗਏ ਸੀ ਤੇ ਉਹਨਾਂ ਸਕੂਲਾਂ ਦੇ ਵਿੱਚ ਇਹ ਗੱਲ ਬਿਲਕੁਲ ਦਰੁਸਤ ਆ ਕਿ ਉੱਚੇ ਪੱਧਰ ਦੀ ਜਿਹੜੀ ਸਿੱਖਿਆ ਦਿੱਤੀ ਜਾਂਦੀ ਆ। ਪਰ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਜਦੋਂ ਅਸੀਂ ਸਿੱਖਿਆ ਦੀ ਗੱਲ ਕਰਦੇ ਹਾਂ ਤੇ ਸਿੱਖਿਆ ਦੇਣ ਵਾਲੇ ਅਧਿਆਪਕਾਂ ਦੀਆਂ ਜਿਹੜੀਆਂ ਕਿਸਮਾਂ ਆ ਉਹੀ 12-13 ਬਣਾਤੀਆਂ ਗਈਆਂ। ਕੋਈ ਕੱਚੇ ਅਧਿਆਪਕ ਨੇ, ਕੋਈ ਠੇਕੇ ਵਾਲੇ ਅਧਿਆਪਕ ਨੇ, ਕੋਈ ਵੱਖਰੀਆਂ ਸ਼੍ਰੇਣੀਆਂ ਨੂੰ ਪੜ੍ਹਾਉਣ ਲਈ ਅਧਿਆਪਕ ਨੇ, ਕੋਈ ਹੋਰ ਅਧਿਆਪਕ ਨੇ, ਤੇ ਇਸੇ ਤਰੀਕੇ ਦੇ ਨਾਲ ਇਹਨਾਂ ਨੇ ਸਕੂਲਾਂ ਦੇ ਵਿੱਚ ਵੀ ਵੰਡ ਕਰਨ ਦੀ ਗੱਲ ਕੀਤੀ। ਅਸੀਂ ਦੇਖਿਆ ਕਿ ਇੱਕ ਹੀ ਪਿੰਡ ਦੇ ਵਿੱਚ ਇੱਕੋ ਹੀ ਕੈਂਪਸ ਦੇ ਵਿੱਚ 2-2 ਸਕੂਲ ਚੱਲਦੇ ਨੇ, ਇੱਕ ਮਿਡਲ ਸਕੂਲ ਵੱਖਰਾ ਆ ਤੇ ਐਲੀਮੈਂਟਰੀ ਸਕੂਲ ਵੱਖਰਾ ਆ। ਇਹ ਸਾਰੀਆਂ ਕਹਾਣੀਆਂ ਜਿਹੜੀਆਂ ਆ ਇਹ ਸਿਆਸਤ ਵੱਲੋਂ ਘੜੀਆਂ ਗਈਆਂ। ਹੁਣ ਇਹਨਾਂ ਨੇ ਫਿਰ ਕਿਹਾ ਕਿ ਅਸੀਂ ਹਰ ਬਲਾਕ ਲੈਵਲ ਤੇ ਜਾਂ ਹਰ ਜ਼ਿਲ੍ਹਾ ਲੈਵਲ ਤੇ ਕੋਈ ਵਧੀਆ ਸਕੂਲ ਜਿਹੜੇ ਬਣਾਵਾਂਗੇ। ਦੇਖੋ ਇਹ ਨਿਰੇ ਪੁਰੇ ਨਾਰੇ ਨੇ ਕਿ ਵਧੀਆ ਸਕੂਲ ਬਣਾਵਾਂਗੇ, ਜਿਹੜੇ ਬਣੇ ਹੋਏ ਆ ਉਹਨਾਂ ਨੂੰ ਸੁਧਾਰ ਲਓ। ਕਿਉਂ ਨਹੀਂ ਤੁਸੀਂ ਉੱਥੇ ਜਿਹੜੀਆਂ ਚੀਜ਼ਾਂ ਆ, ਜਿਹੜੀਆਂ ਪੋਸਟਾਂ ਆ ਉਹਨਾਂ ਨੂੰ ਪੂਰੀਆਂ ਕਰਦੇ। ਪਰ ਫਿਰ ਅਗਲੀ ਗੱਲ, ਫਿਰ ਤੁਹਾਡੀ ਗੱਲ ਵੱਲ ਜੇ ਮੋੜੀਏ ਕਿ ਉਹਨਾਂ ਨੇ 1000 ਦੀ ਘੋਸ਼ਣਾ ਕੀਤੀ ਤੇ ਇਹਨਾਂ ਨੇ 2000 ਦੀ ਘੋਸ਼ਣਾ ਕਰ ਦਿੱਤੀ। ਤੇ ਤੁਹਾਨੂੰ ਯਾਦ ਆ ਜਿਸ ਦਿਨ ਇਹਨਾਂ ਨੇ ਘੋਸ਼ਣਾ ਕੀਤੀ ਸੀ ਉਸ ਦਿਨ ਇਹਨਾਂ ਨੇ ਕਿਹਾ ਸੀ ਕਿ ਕੇਜਰੀਵਾਲ ਸਾਹਿਬ ਤੇ ਔਰਤਾਂ ਦੀ ਜਿਹੜੀ ਆ ਉਹ ਬੇਹੁਰਮਤੀ ਕਰ ਰਹੇ ਆ, ਇਹ ਤਾਂ ਉਹਨਾਂ ਨੂੰ ਗਲਤ ਜਿਹੜੀ ਆ ਇੱਕ ਸਿੱਖਿਆ ਕਹਾਣੀ ਉਹਨਾਂ ਦੇ ਸਾਹਮਣੇ ਪੇਸ਼ ਕਰ ਰਹੇ ਆ ਤੇ ਉਹਨਾਂ ਨੂੰ ਲਾਲਚ ਦੇ ਰਹੇ ਨੇ। ਤੇ ਫਿਰ ਜਦੋਂ ਤੁਸੀਂ ਕੁਝ ਦਿਨ ਪਾ ਕੇ ਆਪ ਉਸੇ ਜਾਲ ਵਿੱਚ ਫਸਦੇ ਨਜ਼ਰ ਆਉਂਦੇ ਆ ਤੇ ਉਦੋਂ ਇਹ ਸਿੱਧ ਹੁੰਦਾ ਕਿ ਇਹ ਜਿਹੜੀਆਂ ਪਾਰਟੀਆਂ ਨੇ, ਚਾਹੇ ਇਹ ਖੇਤਰੀ ਪਾਰਟੀਆਂ ਨੇ, ਪਰ ਫਿਰ ਵੀ ਇਹ ਉਸ ਟਰੈਪ ਦੇ ਵਿੱਚ ਫਸਦੀਆਂ ਨਜ਼ਰ ਆਉਂਦੀਆਂ ਕਿਉਂਕਿ ਇਹ ਵਾਅਦਿਆਂ ਵਾਲੀ ਤੇ ਦਾਅਵਿਆਂ ਵਾਲੀ ਤੇ ਫ੍ਰੀ ਬੀਜ਼ ਦੀ ਰਾਜਨੀਤੀ ਕਰਦੇ ਹੋਏ ਨਜ਼ਰ ਆਉਂਦੇ ਨੇ। ਇਸੇ ਕਰਕੇ ਫਿਰ ਤੁਹਾਡੀ ਗੱਲ ਜਿਹੜੀ ਆ ਉਹ ਜ਼ਿਆਦਾ ਦਰੁਸਤ ਸਾਹਮਣੇ ਹੁੰਦੀ ਆ ਸਵਲੀਨ ਜੀ ਕਿ ਪੰਜਾਬ ਦਾ ਕੀ ਬਣੇਗਾ। 3 ਲੱਖ ਕਰੋੜ ਜਾਂ 4 ਲੱਖ ਕਰੋੜ ਦੇ ਕਰਜ਼ਿਆਂ ਦੀਆਂ ਗੱਲਾਂ ਹੁੰਦੀਆਂ ਤੇ ਇਹ 1000 ਰੁਪਈਆ ਦੇਣਗੇ ਤੇ ਕਿਸੇ ਨੇ ਵੀ, ਚਾਹੇ ਉਹ ਸੁਖਬੀਰ ਸਿੰਘ ਬਾਦਲ ਹੋਵੇ, ਚਾਹੇ ਉਹ ਕੈਪਟਨ ਸਾਹਿਬ ਹੋਣ, ਚਾਹੇ ਉਹ ਕੇਜਰੀਵਾਲ ਹੋਵੇ, ਆਪਣੀ ਜੇਬ 'ਚੋਂ ਤਾਂ ਕਿਸੇ ਨੇ ਦੇਣਾ ਨਹੀਂ। ਨੌਕਰੀ ਦੇਣ ਦੀ ਕੋਈ ਗੱਲ ਨਹੀਂ ਕਰਦਾ, ਨੌਕਰੀ ਦੇਣ ਦੀ ਕੋਈ ਗੱਲ ਨਹੀਂ ਕਰਦਾ। ਇਹ ਜਿਹੜੀਆਂ ਫ੍ਰੀ ਦੀਆਂ ਚੀਜ਼ਾਂ ਨੇ, ਚਾਹੇ ਬਿਜਲੀ ਬੋਰਡ ਨੇ ਹੁਣ ਬਿਜਲੀ ਇਹਨਾਂ ਨੇ ਫ੍ਰੀ ਕਰ ਦਿੱਤੀ, ਉਹ ਫਿਰ ਖਬਰਾਂ ਵੱਖਰੀਆਂ ਆਉਂਦੀਆਂ ਨੇ ਕਿ ਉਹ ਇਸ ਵਾਰ ਜਿਹੜੇ ਬਿੱਲ ਆਏ ਉਹਨਾਂ 'ਚ ਫ੍ਰੀ ਨਹੀਂ ਆਏ, ਅਗਲੀ ਵਾਰ ਉਹ ਘੱਟ ਹੋ ਕੇ ਆਉਣਗੇ। ਪਰ ਨਾਲ ਦੀ ਨਾਲ RTI ਦਾ ਖੁਲਾਸਾ ਇਹ ਵੀ ਗੱਲ ਕਹਿੰਦਾ ਕਿ ਚਰਨਜੀਤ ਚੰਨੀ ਜਿਸ ਦਿਨ ਤੋਂ ਮੁੱਖ ਮੰਤਰੀ ਬਣੇ ਨੇ ਉਸ ਦਿਨ ਤੋਂ ਲੈ ਕੇ ਹੁਣ ਤੱਕ ਵੀ ਉਹ 12,000 ਕਰੋੜ ਦਾ ਕਰਜ਼ਾ ਪੰਜਾਬ ਲਈ ਪੰਜਾਬ ਸਰਕਾਰ ਜਿਹੜੀ ਉਹ ਲੈ ਚੁੱਕੀ ਹੈ। ਸੋ ਇਹ ਫ੍ਰੀ ਦੇ ਦਾਅਵੇ ਜਿਹੜੇ ਨੇ ਉਹ ਪੰਜਾਬ ਨੂੰ ਕਿਸ ਪਾਸੇ ਲੈ ਕੇ ਜਾਣਗੇ, ਇਸ ਗੱਲ ਦੀ ਚਿੰਤਾ ਤੁਹਾਨੂੰ ਹੋ ਸਕਦੀ ਆ, ਮੈਨੂੰ ਹੋ ਸਕਦੀ ਆ, ਪਰ ਇਹ ਜਿਹੜੀਆਂ ਰਾਜਨੀਤਿਕ ਧਿਰਾਂ ਨੇ, ਚਾਹੇ ਕੋਈ ਵੀ ਹੋਣ, ਉਹਨਾਂ ਨੂੰ ਇਸ ਗੱਲ ਦੀ ਚਿੰਤਾ ਜਿਹੜੀ ਆ ਉਹ ਬਿਲਕੁਲ ਨਹੀਂ ਹੈਗੀ।
ਤੇ ਜੇਕਰ ਚਿੰਤਾ ਕਰਨ ਦੀ ਜੇ ਗੱਲ ਕਰੀਏ, ਅਸੀਂ ਉਹਨਾਂ ਦੀ ਵਕਾਲਤ ਨਹੀਂ ਕਰਦੇ, ਪਰ ਨਵਜੋਤ ਸਿੰਘ ਸਿੱਧੂ ਗੱਲ ਜ਼ਰੂਰ ਮੁੱਦਿਆਂ ਦੀ ਕਰਦੇ ਨੇ, ਪਰ ਉਹ ਵੀ ਇਹਨਾਂ ਸਾਰੀਆਂ ਮੁੱਦਿਆਂ ਦੀਆਂ ਗੱਲਾਂ ਕਰਦੇ ਕਰਦੇ ਪਾਰਟੀ ਦੇ ਪੱਖ ਤੋਂ ਵੀ, ਸਰਕਾਰ ਦੇ ਪੱਖ ਤੋਂ ਵੀ, ਤੇ ਬਹੁਤ ਵਾਰ ਲੋਕਾਂ ਦੇ ਪੱਖ ਤੋਂ ਵੀ ਹਾਸ਼ੀਏ ਤੇ ਨਜ਼ਰ ਆਉਂਦੇ ਨੇ। ਜੀ ਪੰਜਾਬ ਦੇ ਵਿੱਚ ਇਸ ਵੇਲੇ ਐਲਾਨਾਂ ਦਾ ਦੌਰ ਹੈ, ਇਲਜ਼ਾਮ ਤਰਾਸ਼ੀਆਂ ਦਾ ਦੌਰ ਹੈ। ਆਮ ਆਦਮੀ ਪਾਰਟੀ ਨੇ ਸੁਖਬੀਰ ਬਾਦਲ ਤੇ ਚਰਨਜੀਤ ਸਿੰਘ ਚੰਨੀ ਤੇ ਇਲਜ਼ਾਮ ਲਾਇਆ ਕਿ ਦੋਨੋਂ ਰਲੇ ਹੋਏ ਨੇ, ਮਜੀਠੀਆ ਨੂੰ ਡਰੱਗ ਕੇਸ ਚੋਂ ਬਚਾਉਣ ਲਈ ਇਹਨਾਂ ਨੇ ਸਾਜ਼ਿਸ਼ ਘੜੀ ਹੈ। ਦੇਖੋ ਸਵਲੀਨ ਜੀ, ਕਹਾਣੀ ਇਦਾਂ ਵਾਪਰੀ ਕਿ ਇੱਕ ਤਾਂ ਕੋਵਿਡ ਦੇ ਦੌਰ ਨੇ ਸਾਲ ਡੇਢ ਸਾਲ ਜਿਹੜਾ ਪੰਜਾਬ ਨੂੰ ਤਾਂ ਕੀ ਹਿੰਦੁਸਤਾਨ ਨੂੰ ਕੀ ਸਾਰੀ ਦੁਨੀਆ ਨੂੰ ਬ੍ਰੇਕ ਦੇ ਵਿੱਚ ਲੈ ਜਾਂਦਾ ਜੀ, ਤੇ ਦੂਸਰਾ ਜਿਹੜਾ ਕਿਸਾਨ ਅੰਦੋਲਨ ਸੀ ਉਹਨੇ ਵੀ ਸਾਰੇ ਹੀ ਮੁਲਕ ਦੀ ਰਾਜਨੀਤੀ ਨੂੰ ਥੋੜਾ ਜਿਹਾ ਸਲੋ ਕੀਤਾ, ਵਿਰਾਮ ਲਗਾ, ਪੰਜਾਬ ਦੀ ਨੂੰ ਕੁਝ ਵੱਧ ਕੀਤਾ, ਪੰਜਾਬ ਤੇ ਹਰਿਆਣਾ ਦੀ ਨੂੰ। ਤੇ ਹੁਣ ਨਾਲ ਦੀ ਨਾਲ 4.5 ਸਾਲ ਜਿਹੜੀ ਪੰਜਾਬ ਦੀ ਕਾਂਗਰਸ ਸਰਕਾਰ ਸੀ ਉਹਨਾਂ ਨੇ ਆਪ ਵੀ ਕੁਝ ਨਹੀਂ ਕੀਤਾ ਤੇ ਦੂਜੀਆਂ ਪਾਰਟੀਆਂ ਜਿਹੜੀਆਂ ਸੀ ਉਹ ਵੀ ਫਿਰ ਬ੍ਰੇਕ ਦੇ ਵਿੱਚ ਹੀ ਰਹੀਆਂ, ਕਿਉਂਕਿ ਜੇ ਸਰਕਾਰ ਕੁਝ ਕਰਦੀ ਫੇਰ ਹੀ ਵਿਰੋਧੀ ਧਿਰ ਕਿਸੇ ਗੱਲ ਦਾ ਵਿਰੋਧ ਕਰਦੀ। ਹਾਲਾਂਕਿ ਵਿਰਲੇ ਟਾਵੇਂ ਆਮ ਆਦਮੀ ਪਾਰਟੀ ਵਾਲੇ ਤੇ ਸ਼੍ਰੋਮਣੀ ਅਕਾਲੀ ਦਲ ਵਾਲੇ ਬੋਲਦੇ ਜ਼ਰੂਰ ਰਹੇ, ਪਰ ਕੋਈ ਵੱਡੀ ਜਿਹੜੀ ਉਹ ਧਿਰ ਬਣ ਕੇ ਸਾਹਮਣੇ ਨਹੀਂ ਆ ਸਕੇ। ਹੁਣ ਕਿਉਂਕਿ ਇਲੈਕਸ਼ਨ ਮੋਡ ਜਿਹੜਾ ਉਹ ਔਨ ਹੋ ਗਿਆ, ਪੰਜਾਬ ਦੀ ਕਾਂਗਰਸ ਦੇ ਵਿੱਚ, ਪੰਜਾਬ ਦੀ ਸੱਤਾਧਾਰੀ ਧਿਰ ਦੇ ਵਿੱਚ ਵੱਡੇ ਫੇਰਬਦਲ ਹੋ ਗਏ। ਹਾਲਾਂਕਿ ਗੁਜਰਾਤ ਜਿੰਨੇ ਵੱਡੇ ਫੇਰਬਦਲ ਨਹੀਂ ਹੋਏ, ਇੱਥੇ ਮੰਤਰੀ ਆਪਣੀਆਂ ਕੁਰਸੀਆਂ ਬਚਾਉਣ ਦੇ ਵਿੱਚ ਕਾਮਯਾਬ ਰਹੇ। ਉਹਦੇ ਪਿੱਛੇ ਵੀ ਜੇਕਰ ਅਸੀਂ ਉਸ ਦਿਨ ਦੀ ਗੱਲ ਕਰੀਏ, ਸਤੰਬਰ ਦੀ ਉਸ ਤਰੀਕ ਦੀ ਜਿਸ ਦਿਨ ਕੈਪਟਨ ਸਾਹਿਬ ਤੋਂ ਅਸਤੀਫਾ ਲਿਆ ਗਿਆ ਤੇ ਅਗਲੇ 2 ਦਿਨ ਦੇ ਵਿੱਚ ਮੁੱਖ ਮੰਤਰੀ ਦਾ ਫੈਸਲਾ ਨਹੀਂ ਹੋਇਆ, ਕੰਸੋਆਂ ਇਹ ਵੀ ਆਉਂਦੀਆਂ ਕਿ ਪੰਜਾਬ ਤੋਂ ਦਿੱਲੀ ਵੱਲ ਨੂੰ ਜਿਹੜੀਆਂ ਕਾਰਾਂ ਗਈਆਂ ਉਹ ਆਪਣੀ ਮਿਨਿਸਟਰੀ ਬਚਾਉਣ ਲਈ ਜਾਂ ਮਿਨਿਸਟਰ ਨਵੇਂ ਬਣਨ ਲਈ, ਜਾਂ ਜਿਹੜੇ ਲੀਹੋਂ ਲੱਥੇ ਹੋ ਸੀ ਉਹਨਾਂ ਨੇ ਮਿਨਿਸਟਰੀਆਂ ਲੈਣ ਲਈ, ਉਹ ਕਾਰਾਂ ਕਹਿੰਦੇ ਖਾਲੀ ਨਹੀਂ ਗਈਆਂ, ਉਹ ਡਿੱਕੀਆਂ ਭਰ ਕੇ ਲੈ ਕੇ ਗਏ ਨੇ। ਇਸੇ ਕਰਕੇ ਹਾਈ ਕਮਾਂਡ ਨੇ ਫਿਰ ਉਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਸੋਚ ਤੋਂ ਵੱਖਰੀਆਂ ਵੀ ਕੀਤੀਆਂ। ਹੁਣ ਜਿਹੜੀ ਘਟਨਾਕ੍ਰਮ ਦੀ ਤੁਸੀਂ ਗੱਲ ਕਰਦੇ ਆ ਕਿ ਆਮ ਆਦਮੀ ਪਾਰਟੀ ਜਿੱਦਾਂ ਕੁਝ ਸਮਾਂ ਪਹਿਲਾਂ ਅਕਾਲੀ ਦਲ ਦਾ ਤੇ ਕਾਂਗਰਸ ਦਾ ਗੱਠਜੋੜ ਹੋਣ ਦੀ ਗੱਲ ਕਰਦੀ ਸੀ, ਉਸੇ ਗੱਠਜੋੜ ਨੂੰ ਤੋੜਨ ਲਈ ਕੈਪਟਨ ਸਾਹਿਬ ਦੀ ਬਲੀ ਲਈ ਗਈ ਤੇ ਉਹਨਾਂ ਨੂੰ ਗੱਦੀਆਂ ਲਾਂਭੇ ਕਰਕੇ 4.5 ਸਾਲ ਦਾ ਜਿਹੜਾ ਠੀਕਰਾ ਉਹਨਾਂ ਸਿਰ ਭੰਨਿਆ ਗਿਆ। ਜਦਕਿ ਕੈਪਟਨ ਸਾਹਿਬ ਬਹੁਤ ਲੰਬਾ ਸਮਾਂ ਬਾਰ-ਬਾਰ ਇਹ ਗੱਲ ਕਹਿੰਦੇ ਨਜ਼ਰ ਆਏ ਕਿ ਜੇਕਰ ਮੈਂ ਕੰਮ ਨਹੀਂ ਕਰਦਾ ਸੀ ਤੇ ਹੁਣ ਤੁਸੀਂ 3 ਮਹੀਨਿਆਂ 'ਚ ਕਿਹੜਾ ਕੰਮ ਕਰਦੇ ਹੋ ਜੀ। ਤੇ ਕੈਪਟਨ ਆਫਿਸ ਤੋਂ ਇਹ ਵੀ ਗੱਲ ਬਹੁਤ ਵਾਰ ਸਾਹਮਣੇ ਆਈ ਆ ਕਿ ਮੈਂ ਇਸ ਗੱਲ ਨੂੰ ਮੰਨ ਲਵਾਂ, ਜੇ ਮੈਂ ਕੰਮ ਨਹੀਂ ਕਰਦਾ ਸੀ ਤੇ ਮੈਂ ਕਦੇ ਕਿਸੇ ਵੀ ਮਿਨਿਸਟਰ ਦੇ ਕੰਮਕਾਜ ਦੇ ਵਿੱਚ ਦਖਲ ਨਹੀਂ ਦਿੱਤਾ, ਤੇ ਫਿਰ ਬਾਕੀ ਸਾਰੇ ਆਪਣਾ ਕੰਮ ਕਿਉਂ ਨਹੀਂ ਕਰਦੇ ਸੀ। ਪਰ ਇਹ ਗੱਲ ਬਿਲਕੁਲ ਸੱਚ ਆ ਕਿ ਸਾਰੇ ਹੀ ਪੰਜਾਬ ਦੇ ਲੋਕ ਇਸ ਗੱਲ ਦੇ ਉੱਤੇ ਪੂਰਾ ਯਕੀਨ ਕਰਦੇ ਆ ਕਿ ਕੈਪਟਨ ਸਾਹਿਬ ਦੀ ਜਿਹੜੀ ਪਾਲਿਸੀ ਸੀ ਰਾਜ ਕਰਨ ਦੀ, ਉਹ ਬਿਲਕੁਲ ਰਾਜਾਸ਼ਾਹੀ ਸੀ। ਉਹਨਾਂ ਦਾ ਜਿਹੜਾ ਆ ਰੁਖ ਸੀ ਉਹ ਸ਼੍ਰੋਮਣੀ ਅਕਾਲੀ ਦਲ ਵਾਲੇ ਪਾਸੇ ਨੂੰ ਨਰਮ ਸੀ। ਇਸੇ ਕਰਕੇ ਉਹਨਾਂ ਨੇ ਪਿਛਲੀ ਸਰਕਾਰ ਵੇਲੇ ਉਠਾਏ ਗਏ ਮੁੱਦਿਆਂ ਦੇ ਉੱਤੇ ਕਿਸੇ ਦੇ ਵੀ ਉੱਤੇ ਕੋਈ ਨਿਰਣਾਇਕ ਫੈਸਲਾ ਨਹੀਂ ਲਿਆ। ਤੇ ਫਿਰ ਜਿਸ ਦਿਨ ਚੰਨੀ ਸਾਹਿਬ ਨੂੰ ਕੁਰਸੀ ਮਿਲਦੀ ਆ ਤੇ ਮਜੀਠੀਆ ਸਾਹਿਬ ਦਾ ਬਿਆਨ ਆਉਂਦਾ ਕਿ ਇਹਨਾਂ ਨੂੰ ਤੇ ਮੈਂ ਸੁਖਬੀਰ ਕੋਲ ਲੈ ਕੇ ਜਾਂਦਾ ਰਿਹਾ, ਤੇ ਫਿਰ ਹੁਣ ਜੇ ਆਮ ਆਦਮੀ ਪਾਰਟੀ ਇਹੋ ਜਿਹੇ ਇਲਜ਼ਾਮ ਲਾਉਂਦੀ ਆ ਕਿ ਚੰਨੀ ਦੀ ਤੇ ਸ਼੍ਰੋਮਣੀ ਅਕਾਲੀ ਦਲ ਵਾਲੀ ਪ੍ਰਧਾਨ ਦੀ, ਸੁਖਬੀਰ ਸਿੰਘ ਬਾਦਲ ਦੀ ਤੇ ਚਰਨਜੀਤ ਚੰਨੀ ਦੀਆਂ ਕੁਝ ਮੀਟਿੰਗਾਂ ਹੋ ਰਹੀਆਂ ਤੇ ਡਰੱਗ ਵਾਲੇ ਕੇਸ ਨੂੰ ਥੋੜਾ ਜਿਹਾ ਸਲੋ ਕਰਨ ਦੀ ਕੋਸ਼ਿਸ਼ ਹੋ ਰਹੀ ਆ, ਤੇ ਉਹ ਸਾਰੀਆਂ ਗੱਲਾਂ ਚਾਹੇ ਤੁਸੀਂ ਉਹਨਾਂ ਤੇ ਯਕੀਨ ਕਰੋ ਚਾਹੇ ਨਾ ਕਰੋ, ਪਰ ਉਹ ਸੱਚ ਤੇ ਜਾਪਦੀਆਂ ਨੇ ਜੀ। ਡਿਪਟੀ ਮੁੱਖ ਮੰਤਰੀ ਬਣਾਏ ਗਏ ਰੰਧਾਵਾ ਸਾਹਿਬ ਜਦੋਂ ਪਹਿਲਾਂ ਸੀ ਤੇ ਉਹ ਕਹਿੰਦੇ ਸੀ ਕਿ ਜਿੱਦਣ ਸਮੇਧ ਸੈਣੀ ਨੂੰ ਗ੍ਰਿਫਤਾਰ ਕਰਨ ਲਈ ਟੁਕੜੀ ਗਈ ਆ ਤੇ ਉਹ ਕੰਧ ਟੱਪ ਕੇ ਕਿਉਂ ਗਈ, ਉਹਨੂੰ ਫੜ ਕੇ ਕਿਉਂ ਨਹੀਂ ਲਿਆਏ, ਉਹਨੂੰ ਧੂ ਕੇ ਕਿਉਂ ਨਹੀਂ ਲਿਆਏ। ਤੇ ਆਪ ਜਿੱਦਣ ਉਹ ਬਣਦੇ ਨੇ ਉਸ ਦਿਨ ਫਿਰ ਉਹਨਾਂ ਨੇ ਇੱਕ 3 ਮੈਂਬਰੀ ਕਮੇਟੀ ਬਣਾਤੀ ਵੀ ਅਸੀਂ ਦੇਖਾਂਗੇ ਕਿ ਕੀ ਉਹ ਰਿਪੋਰਟ ਖੋਲਣੀ ਆ ਕਿ ਨਹੀਂ ਖੋਲਣੀ। ਤੇ ਜੇਕਰ ਤੁਸੀਂ ਉਹ 3 ਮੈਂਬਰੀ ਕਮੇਟੀ ਬਣਾ ਕੇ ਹੀ ਰਿਪੋਰਟ ਖੋਲਣ ਜਾਂ ਨਾ ਖੋਲਣ ਦਾ ਫੈਸਲਾ ਕਰਨਾ, ਤਾਂ ਫਿਰ ਤੁਸੀਂ ਜਦੋਂ ਤੁਹਾਡੇ ਕੋਲ ਅਖਤਿਆਰ ਨਹੀਂ ਸੀ ਤੁਸੀਂ ਉਦੋਂ ਕਿਉਂ ਰੌਲਾ ਪਾਉਂਦੇ ਸੀ ਪਿਆ ਕਰੋ ਉਹ ਕਰੋ। ਸੋ ਇਹਨਾਂ ਸਾਰੀਆਂ ਘਟਨਾਵਾਂ ਤੋਂ ਇੱਕ ਗੱਲ ਤੇ ਸਾਫ਼ ਹੁੰਦੀ ਹੈ ਸਫਲੀਨ ਜੀ ਕਿ ਦਾਲ ਦੇ ਵਿੱਚ ਜਿਹੜਾ ਆ ਉਹ ਕਾਲਾ ਹੈਗਾ ਕੁਛ ਨਾ ਕੁਛ। ਚਾਹੇ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਇਹਨਾਂ ਦੋਨਾਂ ਧਿਰਾਂ ਦੀ ਸਿੱਧੀ ਮੀਟਿੰਗ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਹੁਣ ਦੀ ਲੀਡਰਸ਼ਿਪ ਦੀ ਤੇ ਮੁੱਖ ਮੰਤਰੀ ਸਾਹਿਬ ਦੀ ਕੋਈ ਮੀਟਿੰਗ ਹੋਈ ਆ ਜਾਂ ਨਹੀਂ ਹੋਈ, ਪਰ ਇਹ ਗੱਲ ਪੱਕੀ ਆ ਵੀ ਇਹਨਾਂ ਦਾ ਧਿਆਨ ਸਾਰੀਆਂ ਹੀ ਪਾਰਟੀਆਂ ਦਾ ਮੁੱਦਿਆਂ ਨੇ ਨਾ ਹੋ ਕੇ ਰਾਜਨੀਤੀ ਤੇ ਹੈ, ਮੁੱਦਿਆਂ ਤੇ ਹੱਲ ਨੂੰ ਨਾ ਕਰਕੇ ਸਿਰਫ ਔਰ ਵੋਟਾਂ ਦੇ ਹੱਲ ਤੇ ਆ। ਤੇ ਇਹ ਜਿਹੜੇ ਲੋਕ ਨੇ ਇਹ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਭੰਬਲ ਭੂਸੇ ਵਾਲੀ ਸਥਿਤੀ ਦੀ ਚਪਾਈ ਰੱਖਦੇ ਆ। ਕੱਲ ਜਿਵੇਂ ਹਾਈ ਕੋਰਟ ਨੇ ਸਾਰੀਆਂ ਗੱਲਾਂ ਬਾਤਾਂ ਕੀਤੀਆਂ, ਇਹੀ ਗੱਲਾਂ ਅਸੀਂ ਬੀਤੇ ਕਾਫੀ ਲੰਬੇ ਸਮੇਂ ਤੋਂ ਕਰ ਰਹੇ ਹਾਂ ਤੇ ਸਾਰਿਆਂ ਨੂੰ ਹੀ ਪਤਾ ਨੇ, ਪਰ ਫਿਰ ਵੀ ਉਹ 3 ਮੈਂਬਰੀ ਕਮੇਟੀ ਬਣਾ ਕੇ ਰੰਧਾਵਾ ਸਾਹਿਬ ਕੀ ਸਿੱਧ ਕਰਨਾ ਚਾਹੁੰਦੇ ਸੀ, ਇਹ ਸਾਰੀਆਂ ਗੱਲਾਂ ਜਿਹੜੀਆਂ ਆ ਸਾਡੇ ਸਾਹਮਣੇ ਸਾਫ਼ ਤੇ ਸਪਸ਼ਟ ਨੇ ਜੀ। ਬਿਲਕੁਲ ਸਹੀ ਕਿਹਾ ਕਿ ਪੰਜਾਬ ਦੇ ਵਿੱਚ ਇਸ ਵੇਲੇ ਧਿਆਨ ਭਟਕਾਊ ਰਾਜਨੀਤੀ ਚੱਲ ਰਹੀ ਹੈ। ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ।
ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਗੱਲ ਅਸੀਂ ਪੰਜਾਬ ਦੀ ਰਾਜਨੀਤੀ ਦੀ ਕਰ ਰਹੇ ਹਾਂ ਤੇ ਦੋ ਘਟਨਾਵਾਂ ਨੇ ਇਸ ਵੇਲੇ ਬੜੀ ਬੇਚੈਨੀ ਪੈਦਾ ਕੀਤੀ ਹੋਈ ਆ ਸਾਰੀਆਂ ਸਿਆਸੀ ਧਿਰਾਂ ਦੇ ਵਿੱਚ। ਇੱਕ ਤੇ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਇੰਚਾਰਜ ਗਜਿੰਦਰ ਸਿੰਘ ਸ਼ੇਖਾਵਤ ਨਾਲ ਜਿਹੜੀ ਕੱਲ ਮੁਲਾਕਾਤ ਕੀਤੀ ਹੈ ਤੇ ਉਧਰੋਂ ਸੋਨੂ ਸੂਦ ਦੀ ਭੈਣ ਦੀ ਇੱਕ ਭਾਜਪਾ ਆਗੂ ਦੇ ਨਾਲ ਮੁਲਾਕਾਤ ਹੋਈ ਆ। ਸਿਆਸੀ ਗਲਿਆਰਿਆਂ ਦੇ ਵਿੱਚ ਇਹਨਾਂ ਦੋਵਾਂ ਘਟਨਾਵਾਂ ਨੂੰ ਲੈ ਕੇ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ। ਤੁਸੀਂ ਬਿਲਕੁਲ ਦਰੁਸਤ ਫਰਮਾਇਆ ਜੀ। ਗਜਿੰਦਰ ਸਿੰਘ ਸ਼ੇਖਾਵਤ ਮੋਦੀ ਕੈਬਨਿਟ ਦੇ ਵਿੱਚ ਬੜੇ ਅਹਿਮ ਮੰਤਰੀ ਨੇ, ਬਹੁਤ ਸੁਲਝੇ ਹੋਏ ਸਿਆਸਤਦਾਨ ਨੇ। ਮੈਂ ਉਹਨਾਂ ਦੀਆਂ ਇੱਕ ਦੋ ਵਾਰ ਕੁਝ ਭਾਸ਼ਣ ਸੁਣੇ ਜਿਹੜੇ ਉਹਨਾਂ ਨੇ ਜਲ ਮੰਤਰੀ ਹੁੰਦੇ ਹੋਏ ਦਿੱਤੇ ਸੀ, ਤੇ ਪਾਣੀ ਦੀ ਸੰਭਾਲ ਨੂੰ ਲੈ ਕੇ, ਪਾਣੀ ਨੂੰ ਬਚਾਉਣ ਨੂੰ ਲੈ ਕੇ ਤੇ ਬਾਰਿਸ਼ ਵਾਲੇ ਪਾਣੀ ਦੀ ਵਰਤੋਂ ਨੂੰ ਲੈ ਕੇ ਜਿਹੋ ਜਿਹੀਆਂ ਉਹਨਾਂ ਨੇ ਗੱਲਾਂ, ਜਿਹੋ ਜਿਹੇ ਫੈਕਟਸ ਉਸ ਪ੍ਰੋਗਰਾਮ 'ਚ ਰੱਖੇ ਸੀ, ਮੈਂ ਉਹਨਾਂ ਤੋਂ ਬੜਾ ਮੁਤਾਸਰ ਸੀ। ਹਾਲਾਂਕਿ ਰਾਜਨੀਤੀ ਵਾਲੇ ਲੋਕ ਨੇ, ਇਹਨਾਂ ਨੇ ਕਿਹੜਾ ਉਹ ਸਾਰੇ ਫੈਕਟ ਆਪਣੇ ਕੋਲ ਲਿਆਂਦੇ ਹੁੰਦੇ ਨੇ, ਫਿਰ ਵੀ ਉਹਨਾਂ ਦੀ ਜਿਹੜੀ ਗੱਲਬਾਤ ਸੀ ਉਹ ਬੜੀ ਚੰਗੀ ਸੀ। ਪੰਜਾਬ ਦੇ ਇੰਚਾਰਜ ਲੱਗੇ ਨੇ, ਸਾਨੂੰ ਇੱਕ ਅੱਧੀ ਵਾਰ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮਿਲਿਆ ਕਿਸੇ ਵੇਲੇ, ਤੇ ਚੰਗੇ ਸਿਆਸਤਦਾਨ ਵਾਲੇ ਚੰਗੇ ਗੁਣ ਉਹ ਰੱਖਦੇ ਨੇ ਜੀ। ਪੰਜਾਬ ਦੇ ਵਿੱਚ ਜੇ ਅਸੀਂ ਗੱਲ ਕਰੀਏ ਤੇ ਕੈਪਟਨ ਅਮਰਿੰਦਰ ਸਿੰਘ ਵੀ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸਭ ਤੋਂ ਵਧੀਆ, ਸਭ ਤੋਂ ਸਿਆਣੇ, ਸਭ ਤੋਂ ਲੰਬੇ ਰਾਜਨੀਤੀ ਵਾਲਾ ਤਜਰਬਾ ਰੱਖਣ ਵਾਲੇ ਆਗੂ ਨੇ। ਵਧੀਆ ਜੇ ਬਹੁਤਿਆਂ ਨੂੰ ਨਾਂ ਵੀ ਲੱਗਦਾ ਹੋਵੇ ਤਦ ਵੀ ਵੱਖਰੀ ਗੱਲ ਆ, ਪਰ ਵੱਖਰੇ ਵੱਖਰੇ ਸਮੇਂ ਦੇ ਉੱਤੇ ਉਹਨਾਂ ਨੇ ਵਧੀਆ ਸਿਆਸਤਦਾਨ ਹੋਣ ਦਾ ਜਿਹੜਾ ਆ ਉਹ ਹੱਕ ਅਦਾ ਕੀਤਾ। ਬਹੁਤ ਸਾਰੇ ਚੰਗੇ ਫੈਸਲੇ ਵੀ ਉਹਨਾਂ ਨੇ ਹੱਕ ਦੇ ਵਿੱਚ ਉਹਨਾਂ ਦੇ ਵਿੱਚ ਬੋਲਦੇ ਨੇ, ਭਾਵੇਂ ਹੁਣ ਉਹਨਾਂ ਨੇ ਪਿਛਲੇ 4-4.5 ਸਾਲ ਦੇ ਵਿੱਚ ਕੋਈ ਵਾਰ ਕੁਝ ਚੰਗੀ ਕਾਰਜਕਾਰੀ ਨਹੀਂ ਦਿਖਾਈ, ਉਹਦੇ ਕਰਕੇ ਹੀ ਉਹ ਪਾਰਟੀ ਵੱਲੋਂ ਅਣਦੇਖੇ ਕੀਤੇ ਗਏ, ਅਣਗੌਲੇ ਕੀਤੇ ਗਏ, ਕੁਰਸੀ ਤੋਂ ਲਾਂਭੇ ਕੀਤੇ ਗਏ, ਤੇ ਉਹ ਹੁਣ ਇਸ ਵਾਰ ਇੱਕ ਜ਼ਖਮੀ ਵਾਲੀ ਪਰਫਾਰਮੈਂਸ ਜਿਹੜੀ ਆ ਉਹ ਨਿਭਾ ਰਹੇ ਨੇ। ਕਿਉਂਕਿ ਕਦੇ ਵੀ ਨਹੀਂ ਦੇਖਿਆ ਜਾਂਦਾ ਕਿ ਇੱਕ ਕਾਂਗਰਸ ਦੇ ਲੀਡਰ ਦੀ ਜਿਹੜੀ ਗੱਲਬਾਤ ਆ ਉਹ ਬੀਜੇਪੀ ਦੇ ਲੀਡਰ ਦੇ ਨਾਲ ਜਾਂ ਲੀਡਰਸ਼ਿਪ ਨਾਲ ਹੋਵੇ। ਪਰ ਕੱਲ ਦੀ ਇੱਕ ਇਹੋ ਜਿਹੀ ਵੀ ਖਬਰ ਸੀ ਸਵਲੀਨ ਜੀ ਕਿ ਸ਼ਾਇਦ ਉਹ 60-70 ਤੋਂ ਵੱਧ ਇਹੋ ਜਿਹੇ ਲੀਡਰਾਂ ਦੇ ਵਿੱਚ ਸ਼ੁਮਾਰ ਹੋ ਗਏ ਨੇ ਜਿਨ੍ਹਾਂ ਨੇ ਪਿਛਲੇ 7 ਸਾਲਾਂ ਦੇ ਵਿੱਚ ਕਾਂਗਰਸ ਨੂੰ ਛੱਡ ਕੇ ਬੀਜੇਪੀ ਵਾਲੇ ਪਾਲੇ ਦੇ ਵਿੱਚ ਪੈਰ ਜਿਹੜੇ ਆ ਉਹ ਰੱਖੇ ਨੇ। ਤੇ ਗਜਿੰਦਰ ਸਿੰਘ ਸ਼ੇਖਾਵਤ ਨਾਲ ਜਿਹੜੀ ਉਹਨਾਂ ਦੀ ਮੁਲਾਕਾਤ ਹੁੰਦੀ ਆ, ਜ਼ਾਹਿਰ ਤੌਰ ਤੇ ਸ਼ੇਖਾਵਤ ਜੀ ਆਪ ਇੱਥੇ ਆਏ ਤੇ ਉਹਨਾਂ ਨੇ ਵੀ ਸਿਸਮਾ ਫਾਰਮ ਦਾ ਜਿਹੜਾ ਸ਼ਾਹੀ ਠਾਠ-ਬਾਠ ਦੇਖਿਆ, ਤੇ ਨਾਲ ਦੀ ਨਾਲ ਫਿਰ ਪੰਜਾਬ ਦੀਆਂ ਸੀਟ ਵੰਡ ਨੂੰ ਲੈ ਕੇ ਸਾਰੀਆਂ ਗੱਲਾਂ ਬਾਤਾਂ ਹੋਈਆਂ। ਕਿਉਂਕਿ ਇਸ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਹੀ ਜਾਂ 2 ਦਿਨ ਪਹਿਲਾਂ ਹੀ ਢੀਂਡਸਾ ਸਾਹਿਬ ਦੀ ਮੀਟਿੰਗ ਵੀ ਜਿਹੜੀ ਅਮਿਤ ਸ਼ਾਹ ਵਾਲੀ ਪਾਰਟੀ ਨਾਲ ਦਿੱਲੀ ਦੇ ਵਿੱਚ ਹੁੰਦੀ ਆ, ਤੇ ਉੱਥੇ ਵੀ ਜਿਹੜੀ ਗੱਲਬਾਤ ਆ ਉਹ ਕਾਫੀ ਹੱਦ ਤੱਕ ਨੇੜੇ ਜਿਹੜੀ ਆ ਉਹ ਹੋ ਚੁੱਕੀ ਆ ਜੀ। ਕੁਝ ਮੀਡੀਆ ਅਦਾਰਿਆਂ ਨੇ ਤੇ ਪੰਜਾਬ ਦੀ ਇਸ ਨਵੇਂ ਗੱਠਜੋੜ ਲਈ ਸੀਟਾਂ ਦਾ ਐਲਾਨ ਵੀ ਕਰ ਦਿੱਤਾ ਕਿ ਬੀਜੇਪੀ ਹੁਣ 117 ਦੇ ਉੱਤੇ ਨਹੀਂ 70 ਸੀਟਾਂ ਤੇ ਲੜੇਗੀ ਜਾਂ 65 ਸੀਟਾਂ ਤੇ ਲੜੇਗੀ। ਹਾਲਾਂਕਿ ਅਜਿਹੀ ਕੋਈ ਗੱਲ ਦੋਨਾਂ ਧਿਰਾਂ ਵੱਲੋਂ ਸਾਹਮਣੇ ਰੱਖੀ ਨਹੀਂ ਗਈ ਹੈ, ਤੀਜੀ ਧਿਰ ਵੱਲੋਂ ਵੀ ਇਹਦੇ ਬਾਰੇ ਕੁਝ ਦੱਸਿਆ ਨਹੀਂ ਗਿਆ, ਪਰ ਲਗਭਗ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਪਾਰਟੀ, ਬੀਜੇਪੀ ਤੇ ਅਕਾਲੀ ਦਲ ਸੰਯੁਕਤ ਜਿਹੜੀ ਆ ਉਹ ਮਿਲ ਕੇ ਜਿਹੜੀ ਆ ਉਹ ਚੋਣ ਲੜਨਗੇ। ਜਦੋਂ ਅਸੀਂ ਇਸ ਗੱਲ ਨੂੰ ਦੇਖਦੇ ਹਾਂ ਕਿ ਪਿਛਲੇ ਸਾਲਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ, ਵੱਖ-ਵੱਖ ਪਾਰਟੀਆਂ ਦੇ ਲੋਕਾਂ ਨੇ ਬੀਜੇਪੀ ਦਾ ਜਿਹੜਾ ਆ ਉਹ ਪਾਸਾ ਮੱਲਿਆ ਤੇ ਦੂਜੇ ਪਾਸੇ ਜਿਹੜੇ ਬਹੁਤ ਉਹ ਛੱਡੇ ਨੇ। ਤੇ ਭਾਵੇਂ ਸੱਤਾ ਦੇ ਵਿੱਚ ਪੰਜਾਬ ਦੇ ਵਿੱਚ ਪਿਛਲੇ ਟਰਮ ਤੋਂ 4.5 ਸਾਲ ਤੋਂ ਜਾਂ 5 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਉਹ ਬਾਹਰ ਆ ਤੇ ਕਾਂਗਰਸ ਜਿਹੜੀ ਆ ਸੱਤਾ ਦੇ ਉੱਤੇ ਕਾਬਜ ਆ ਜੀ, ਪਰ ਫਿਰ ਵੀ ਅਸੰਤੋਸ਼ ਜਿਹੜਾ ਆ ਇਸ ਵਾਰ ਸਵਲੀਨ ਜੀ ਕਿਸੇ ਇੱਕ ਧਿਰ 'ਚ ਨਹੀਂ ਹੈਗਾ। ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹੋਏ ਇਹ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਨੇ 20-22 MLA ਬਣਾਏ ਸੀ ਤੇ ਹੁਣ ਉਹਨਾਂ ਕੋਲ 10 ਵੀ ਨਹੀਂ ਬਚੇ ਜਾਂ 8-9 ਹੀ ਬਚੇ ਆ। ਤੇ ਮੈਂ ਕੱਲ ਹੀ ਇੱਕ ਖਬਰ ਯੂਪੀ ਦੀ ਪੜ੍ਹਦਾ ਸੀ ਕਿ ਮਾਇਆਵਤੀ ਨੇ ਜਿੰਨੇ ਬਣਾਏ ਸੀ ਪਿਛਲੀ ਵਾਰ ਉਹਨਾਂ ਕੋਲ ਇੱਕ ਵੀ ਨਹੀਂ ਬਚਿਆ ਜੀ। ਉਹਨਾਂ ਦੇ ਵੀ ਸਾਰੇ ਜਿਹੜੇ ਨੇ ਕੁਛ ਸਮਾਜਵਾਦੀ ਪਾਰਟੀ 'ਚ ਚਲੇ ਗਏ ਨੇ ਤੇ ਕੁਝ ਉਹਨਾਂ ਦੀ ਜਿਹੜੀ ਉੱਥੇ ਦੀ ਪਾਰਟੀ ਹੈਗੀ ਆ ਬੀਜੇਪੀ ਉਹਦੇ 'ਚ ਸ਼ਾਮਲ ਹੋ ਚੁੱਕੇ ਨੇ। ਤੇ ਉਹਨਾਂ ਕੋਲ ਉੱਥੇ ਹਾਲਾਂਕਿ ਵੱਡਾ ਵੋਟ ਬੈਂਕ ਆ ਪਰ MLA ਕੋਈ ਵੀ ਨਹੀਂ ਬਚਿਆ। ਸੋ ਪੰਜਾਬ ਦੀ ਸਥਿਤੀ ਨੂੰ ਜੇ ਅਸੀਂ ਅੱਜ ਦੀ ਨੂੰ ਮੁਲਾਂਕਣ ਕਰੀਏ, ਜੇ ਅਸੀਂ ਦੇਖੀਏ ਤੇ ਇਹ ਕੁਝ ਵੀ ਸਮਝ ਨਹੀਂ ਆਉਂਦੀ ਵੀ ਕੌਣ ਬੰਦਾ ਅੱਜ ਕਿਹੜੀ ਪਾਰਟੀ 'ਚ ਹੈ ਤੇ ਕੱਲ ਕਿੱਧਰ ਜਾਵੇਗਾ। ਕਦੇ ਖਬਰ ਆਉਂਦੀ ਆ ਕਿ ਸੁਨੀਲ ਜਾਖੜ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦਾ ਚਿਹਰਾ ਹੋ ਸਕਦੇ ਨੇ, ਅਗਲੇ ਦਿਨ ਹੀ ਖਬਰ ਆਉਂਦੀ ਆ ਕਿ ਉਹ ਵੱਡਾ ਹਿੰਦੂ ਚਿਹਰਾ ਨੇ, ਉਹ ਬੀਜੇਪੀ ਦਾ ਚਿਹਰਾ ਹੋ ਸਕਦੇ ਨੇ। ਪ੍ਰਤਾਪ ਸਿੰਘ ਬਾਜਵਾ ਸਾਹਿਬ ਕਦੇ ਚੋਣ ਮਨੋਰਥ ਕਮੇਟੀ ਦੇ ਮੁਖੀ ਲਾਏ ਜਾਂਦੇ ਨੇ ਤੇ 2-3 ਦਿਨ ਪਹਿਲਾਂ ਜਿਹੜੀਆਂ ਖਬਰਾਂ ਉੱਡਦੀਆਂ ਨੇ ਕਿ ਉਹ ਤੇ ਆਮ ਆਦਮੀ ਪਾਰਟੀ 'ਚ ਵੀ ਜਾ ਸਕਦੇ ਨੇ, ਉਹਨਾਂ ਦੀ ਤੇ ਗੱਲਬਾਤ ਬੀਜੇਪੀ ਦੇ ਨਾਲ ਵੀ ਚੱਲਦੀ ਆ। ਇਸੇ ਤਰੀਕੇ ਦੇ ਨਾਲ ਜਦੋਂ ਅਸੀਂ ਪਿਛਲੇ ਕੁਝ ਹਫ਼ਤਿਆਂ ਦਾ ਸਾਰੇ ਹੀ ਲੀਡਰਾਂ ਦਾ ਜਿਹੜਾ ਆ ਉਹ ਚੋਣ ਦੌਰੇ ਦੇਖੀਏ, ਸੁਖਬੀਰ ਸਿੰਘ ਬਾਦਲ ਵੀ ਕੁਝ ਮੰਦਰਾਂ ਦੇ ਦਰਸ਼ਨ ਕਰਦੇ ਦੇਖੇ ਗਏ, ਚਰਨਜੀਤ ਚੰਨੀ ਵੀ ਕੁਝ ਮੰਦਰਾਂ ਦੇ ਦਰਸ਼ਨ ਕਰਦੇ ਦੇਖੇ ਗਏ, ਕੇਜਰੀਵਾਲ ਸਾਹਿਬ ਵੀ ਕੁਝ ਮੰਦਰਾਂ ਦੇ ਦਰਸ਼ਨ ਕਰਦੇ ਦੇਖੇ ਗਏ। ਸੋ ਇਹਨਾਂ ਚੀਜ਼ਾਂ ਨੂੰ ਦੇਖ ਕੇ ਲੱਗਦਾ ਕਿ ਜਿਹੜੀ ਜਾਤੀਗਤ ਪੋਲਿਟਿਕਸ ਵਾਲੀ ਕਹਾਣੀ ਬੀਜੇਪੀ ਖੇਡਦੀ ਆ ਉਸ ਨੂੰ ਦੇਖਣ ਤੋਂ ਬਾਅਦ ਇਹਨਾਂ ਸਾਰੀਆਂ ਹੀ ਧਿਰਾਂ ਦੀ ਜਿਹੜੀ
ਸੋਚ ਆ ਉਹ ਪੰਜਾਬ ਦੇ ਜਾਤੀਗਤ ਸੂਚੀ ਦੇ ਉੱਤੇ ਵੀ ਜਿਹੜੀ ਆ ਬਹੁਤ ਪੈਨੀ ਨਜ਼ਰ ਰੱਖੀ ਹੋਈ ਇਹਨਾਂ ਨੇ, ਚਾਹੇ ਉਹ ਸਿੱਖ ਵੋਟਾਂ ਹੋਣ, ਚਾਹੇ ਉਹ ਦਲਿਤ ਵੋਟਾਂ ਹੋਣ, ਚਾਹੇ ਉਹ ਸਿੱਖ ਵੋਟਾਂ ਦੇ ਅੰਦਰ ਦੀ ਜਿਹੜੀ ਬਾਈਫਰਕੇਸ਼ਨ ਹੋਵੇ ਕਿ ਸਿੱਖ ਕਿਹੜੀਆਂ ਨੇ ਤੇ ਦਲਿਤ ਕਿਹੜੀਆਂ ਨੇ ਤੇ ਸਿੱਧੀਆਂ ਜੱਟ ਸਿੱਖ ਕਿਹੜੀਆਂ ਨੇ, ਤੇ ਇਸੇ ਤਰੀਕੇ ਦੇ ਨਾਲ ਹਿੰਦੂ ਵੋਟਾਂ ਦੀ ਜਿਹੜੀ ਗੱਲਬਾਤ ਆ ਉਹ ਵੀ ਹੁੰਦੀ ਆ। ਸੋ ਇਹਨਾਂ ਚੀਜ਼ਾਂ ਨੂੰ ਦੇਖ ਕੇ ਲੱਗਦਾ ਆ ਕਿ ਗਜਿੰਦਰ ਸਿੰਘ ਸ਼ੇਖਾਵਤ ਜਦੋਂ ਬੀਜੇਪੀ ਦੇ ਬੰਦਿਆਂ ਦੀ ਲੋਕ ਕਾਂਗਰਸ, ਹਾਲਾਂਕਿ ਉਹ ਕਾਂਗਰਸ ਦਾ ਹੀ ਇੱਕ ਧੜਾ ਹੈ, ਉਹਨਾਂ ਦੇ ਨਾਲ ਜਿਹੜੀ ਗੱਲਬਾਤ ਹੁੰਦੀ ਹੈ ਉਹਦੇ ਚੋਂ ਬਹੁਤ ਸਾਰੀਆਂ ਚੀਜ਼ਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆ ਸਕਦੀਆਂ ਨੇ। ਕਾਂਗਰਸ ਦੇ ਜਿਹੜੇ ਸਰਵੇ ਹੋ ਰਹੇ ਨੇ ਤੇ ਸਕਰੀਨਿੰਗ ਕਮੇਟੀ ਬਣ ਗਈ ਆ, ਬਹੁਤ ਸਾਰੇ ਲੋਕਾਂ ਨੇ ਆਪਣੇ ਬਾਇਓਡਾਟਾਸ ਭੇਜਣੇ ਨੇ ਤੇ ਬਹੁਤਿਆਂ ਉਹਨਾਂ ਦੇ ਆਪਣੇ ਸੂਤਰ ਨੇ, ਜਿੱਦਾਂ ਤੁਸੀਂ ਅਕਸਰ ਸੂਤਰਾਂ ਤੇ ਬਹੁਤ ਤੁਹਾਡੀ ਪੈਨੀ ਨਜ਼ਰ ਰਹਿੰਦੀ ਆ, ਉਹਨਾਂ ਦੇ ਵੀ ਸੂਤਰ ਹੋਣੇ ਨੇ। ਬਹੁਤਿਆਂ ਨੂੰ ਪਤਾ ਲੱਗਣਾ ਕਿ ਕਿਹਨੂੰ ਸੀਟ ਮਿਲਣੀ ਆ ਤੇ ਕਿਹਨੂੰ ਨਹੀਂ ਮਿਲਣੀ, ਤੇ ਫਿਰ ਜਿਨ੍ਹਾਂ ਨੂੰ ਨਹੀਂ ਮਿਲਣੀਆਂ ਉਹਨਾਂ ਨੇ ਕੁਝ ਵੋਟਾਂ ਆਪਣੇ ਨਾਲ ਲੈ ਕੇ ਜਾਣੀਆਂ ਨੇ। ਉਹਨਾਂ ਦਾ ਹਰ ਇੱਕ ਲੀਡਰ ਦਾ ਆਪਣਾ ਇੱਕ ਆਧਾਰ ਆ ਤੇ ਉਹ ਕਿਸੇ ਨੇ ਸ਼੍ਰੋਮਣੀ ਅਕਾਲੀ ਦਲ ਵਾਲੇ ਪਾਸੇ ਛੜਪਾ ਮਾਰਨਾ ਤੇ ਬਹੁਤਿਆਂ ਨੇ ਕਾਂਗਰਸ ਤੋਂ ਵੱਖ ਹੋਏ ਕੈਪਟਨ ਸਾਹਿਬ ਦੀ ਬੀਜੇਪੀ ਦੇ ਨਾਲ ਨੇੜਤਾ ਦੇ ਵਿੱਚ ਵੀ ਛੜੱਪੇ ਮਾਰਨੇ ਨੇ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਲੀਡਰ ਨੇ ਉਹ ਇਹ ਗੱਲ ਸਮਝਦੇ ਨੇ ਕਿ ਪੰਜਾਬ ਦੇ ਵਿੱਚ ਜਿੱਤਣਾ ਜਾਂ ਨਹੀਂ ਜਿੱਤਣਾ ਹੋ ਸਕਦਾ ਉਹਨਾਂ ਲਈ ਔਖਾ ਹੋਵੇ, ਪਰ ਕੇਂਦਰ ਦੇ ਵਿੱਚ ਜਿਹੜੀ ਮੋਦੀ ਸਰਕਾਰ ਆ ਉਹ ਬਹੁਤ ਸਟਰੋਂਗਲੀ ਕਾਬਜ਼ ਆ ਤੇ ਮੋਦੀ ਸਰਕਾਰ ਨੇ ਬੀਤੇ ਸਮੇਂ ਦੇ ਵਿੱਚ ਸਾਰੀਆਂ ਹੀ ਸਿਆਸੀ ਧਿਰਾਂ ਨੂੰ ਇਹ ਗੱਲ ਸਿੱਧ ਕੀਤੀ ਆ ਕਿ ਜਿਸ ਸੂਬੇ ਦੇ ਵਿੱਚ ਅਸੀਂ ਸੱਤਾ 'ਚ ਨਹੀਂ ਵੀ ਹਨ ਉੱਥੇ ਵੀ ਗਵਰਨਰ ਜਿਹੜਾ ਆ ਉਹ ਸਾਡੀ ਸੱਤਾ ਦਾ ਧੁਰਾ ਆ ਤੇ ਅਸੀਂ ਉੱਥੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੀ ਮਰਜ਼ੀ ਨਾਲ ਕਰਵਾ ਸਕਦੇ ਹਾਂ ਤੇ ਬਹੁਤ ਸਾਰੇ ਅਹੁਦੇ ਅਜਿਹੇ ਹਨ ਜਿਹੜੇ ਉਹ ਇੱਥੇ ਦੇ ਵੱਡੇ ਲੀਡਰਾਂ ਨੂੰ ਦਿੱਤੇ ਜਾ ਸਕਦੇ ਨੇ। ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਅੱਗੇ ਬੀਜੇਪੀ ਜੇ ਇੱਥੇ 2 ਜਾਂ 3 ਲੋਕ ਸਭਾ ਦੀਆਂ ਸੀਟਾਂ ਲੜਦੀ ਸੀ ਤੇ ਹੁਣ ਉਹ 13 ਦੀਆਂ 13 ਲੜਨਗੀਆਂ ਤੇ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਲੀਡਰ ਜਿਹੜੇ ਨੇ ਉਹ ਉਧਰਲਾ ਰੁਖ ਵੀ ਕਰੀ ਬੈਠੇ ਨੇ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਇਦਾਂ ਲੱਗਦਾ ਆ ਕਿ ਕੈਪਟਨ ਸਾਹਿਬ ਨੇ ਜਿਹੜੀ ਰਣਨੀਤੀ ਬਣਾਈ ਆ ਉਹ ਬਿਲਕੁਲ ਫੇਲ ਸਾਬਤ ਹੋਵੇਗੀ, ਇਦਾਂ ਨਹੀਂ ਲੱਗਦਾ। ਉਹਦੇ ਕੁਝ ਨਾ ਕੁਝ ਰਿਜ਼ਲਟ ਜ਼ਰੂਰ ਨਿਕਲਣਗੇ। ਬਾਕੀ ਪਿਛਲੇ 3-4 ਮਹੀਨਿਆਂ 'ਚ ਜਿੰਨੀ ਪੰਜਾਬ ਦੀ ਰਾਜਨੀਤੀ ਬਦਲੀ ਆ ਤੇ ਜਿੰਨੀ ਸਪੀਡ ਨਾਲ ਬਦਲੀ ਆ ਉਹਦੇ ਨਾਲ ਉਹ ਫਿਰ ਜਿਹੜੀ ਤੁਹਾਡੀ ਗਿਰਗਟ ਵਾਲੀ ਗੱਲ ਆ ਉਹ ਪਿੱਛੇ ਰਹਿ ਜਾਂਦੀ ਆ। ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਵੱਡੇ ਲੀਡਰ ਵੱਖਰੀਆਂ ਪਾਰਟੀਆਂ ਤੋਂ, ਸ਼੍ਰੋਮਣੀ ਅਕਾਲੀ ਦਲ ਦੀ ਵੀ ਜਿਹੜੀ ਸਕਰੀਨਿੰਗ ਆ ਜਾਂ ਜਿਹੜੀ ਫੋਨ ਦੀ ਇੱਕ ਦੂਜੇ ਦੇ ਉੱਤੇ ਨਜ਼ਰ ਰੱਖਣ ਦੀ ਕਹਾਣੀ ਆ ਉਹ ਤੇਜ਼ ਹੋਈ ਆ। ਜਿਸ ਦਿਨ ਤੋਂ ਮੱਕੜ ਸਾਹਿਬ ਨੇ ਤੇ ਸਿਰਸਾ ਸਾਹਿਬ ਨੇ ਅਕਾਲੀ ਦਲ ਛੱਡ ਕੇ ਉਧਰਲੇ ਪਾਸੇ ਪਾਸਾ ਮਾਰਿਆ, ਉਸ ਦਿਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਵੀ ਜਿਹੜੀ ਆ ਉਹ ਠੰਡ ਜਿਹੜੀ ਜ਼ਿਆਦਾ ਲੱਗਣ ਲੱਗ ਗਈ ਹੋਣੀ ਆ ਤੇ ਬਾਕੀ ਸਾਰਿਆਂ ਦਾ ਵੀ ਹਾਲ ਜਿਹੜਾ ਕਮੋਬੇਸ਼ ਐਸਾ ਹੀ ਹੈ। ਤੇ ਇੱਕ ਹੋਰ ਪੰਜਾਬ ਦੀ ਕਹਾਣੀ ਨੂੰ ਤੁਸੀਂ ਇਸ ਤਰੀਕੇ ਨਾਲ ਸਮਝੋਗੇ ਕਿ ਇੱਕ ਸਿੰਗਰ ਜਦੋਂ ਪਾਰਟੀ ਦੇ ਵਿੱਚ ਜਾਂਦਾ ਆ ਤੇ ਉਹਦਾ ਜਿਹੜਾ ਰੌਲਾ ਆ ਉਹ ਕਿੰਨਾ ਵੱਡਾ ਪੈਂਦਾ, ਤੇ ਦੂਜੇ ਪਾਸੇ ਖਰੜ ਤੋਂ ਇੱਕ ਬਹੁਤ ਸੀਰੀਅਸ ਰਾਜਨੀਤੀ ਕਰਨ ਵਾਲੇ ਲੋਕ ਜਦੋਂ ਰਾਜਨੀਤੀ ਤੋਂ ਪਿੱਛਾ ਛਡਾਉਂਦੇ ਨੇ ਤੇ ਫਿਰ ਉਹਨਾਂ ਦੀ ਜ਼ਿਕਰ ਵੀ ਨਹੀਂ ਹੁੰਦਾ। ਇਸ ਗੱਲ ਤੋਂ ਸਾਡੀ ਲੋਕਾਂ ਦੀ ਤਬੀਅਤ ਦਾ ਵੀ ਜਿਹੜਾ ਆ ਉਹ ਅੰਦਾਜ਼ਾ ਹੁੰਦਾ ਕਿ ਅਸੀਂ ਰਾਜਨੀਤੀ ਨੂੰ ਲੈ ਕੇ ਗੰਭੀਰ ਜ਼ਰੂਰ ਆ, ਪਰ ਸਾਡੀ ਜਿਹੜੀ ਕਹਾਣੀ ਆ ਉਹ ਵੀ ਚਿਹਰਿਆਂ ਤੇ ਟਿਕੀ ਹੋਈ ਆ, ਮੁੱਦਿਆਂ ਤੇ ਨਹੀਂ। ਤੇ ਦੂਸਰੀ ਜਿਹੜੀ ਤੁਸੀਂ ਗੱਲ ਕੀਤੀ ਆ ਸੋਨੂ ਸੂਦ ਵਾਲੀ, ਸੋਨੂ ਸੂਦ ਸਾਹਿਬ ਕੋਵਿਡ ਦੇ ਦੌਰਾਨ ਆਪਣੀ ਕੀਤੀ ਹੋਈ ਸਮਾਜ ਸੇਵਾ ਨੂੰ ਲੈ ਕੇ ਚਰਚਾ 'ਚ ਆਏ। ਬੀਜੇਪੀ ਦੀ ਸਰਕਾਰ ਵੱਲੋਂ ਉੱਥੇ ਜਦੋਂ ਉਹਨਾਂ ਦੇ ਉੱਤੇ ਇਨਕਮ ਟੈਕਸ ਦੀ ਪਿੱਛੇ ਜਿਹੇ ਰੇਡ ਹੋਈ ਤੇ ਫਿਰ ਉਹ ਕਹਾਣੀ ਕੁਝ ਹੋਰ ਪਾਸੇ ਨੂੰ ਤੁਰੀ ਤੇ ਹੁਣ ਫਿਰ ਉਹਨਾਂ ਨੇ ਮੋਗੇ ਆ ਕੇ 2-3 ਦਿਨ ਰਹਿ ਕੇ ਚੋਣ ਪ੍ਰਚਾਰ ਜਿਹਨੂੰ ਆਰੰਭ ਕੀਤਾ ਤੇ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਮੈਂ ਰਾਜਨੀਤੀ 'ਚ ਨਹੀਂ ਆਉਣਾ ਤੇ ਮੇਰੀ ਜਿਹੜੀ ਭੈਣ ਆ ਉਹ ਮੋਗੇ ਤੋਂ ਚੋਣ ਲੜੂਗੀ। ਲੱਗਾ ਕਿ ਕੇਜਰੀਵਾਲ ਸਾਹਿਬ ਦੇ ਨਾਲ ਉਹਨਾਂ ਦੀ ਜਿਹੜੀ ਗੱਠਜੋੜ ਹੋ ਜੂਗੀ। ਅਗਲੇ ਦਿਨ ਉਹ ਮੀਟਿੰਗ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਾਲ ਨਜ਼ਰ ਆਏ ਤੇ ਫਿਰ ਲੱਗਾ ਕਿ ਉਹ ਕਾਂਗਰਸ ਜੁਆਇਨ ਕਰ ਲੈਣਗੇ। ਫਿਰ ਸੁਖਬੀਰ ਬਾਦਲ ਨਾਲ ਵੀ ਫੋਟੋਆਂ ਖਿਚਾਈਆਂ, ਫੋਟੋਆਂ ਉਹਨਾਂ ਦੀਆਂ ਸੁਖਬੀਰ ਬਾਦਲ ਨਾਲ ਵੀ ਆਈਆਂ ਤੇ ਸਾਰਿਆਂ ਨੇ ਆਪਣੇ ਅੰਦਾਜ਼ੇ, ਆਪਣੀ ਸੋਚ ਤੇ ਆਪਣੇ ਆਰਗੂਮੈਂਟਸ ਉਹਦੇ 'ਚ ਫਿੱਟ ਕਰਕੇ ਉਹ ਸਾਰੀਆਂ ਚੀਜ਼ਾਂ ਫਿੱਟ ਕੀਤੀਆਂ। ਪਰ ਫਿਰ ਕੁਝ ਦਿਨਾਂ ਤੱਕ ਉਹ ਸਾਰੇ ਚੁੱਪ ਰਹਿਣ ਤੋਂ ਬਾਅਦ ਫਿਰ ਤੁਸੀਂ ਹੁਣ ਅੱਜ ਦੱਸਿਆ ਕਿ ਬੀਜੇਪੀ ਦੇ ਇਕਾਈ ਦੇ ਕੁਝ ਲੋਕ ਉਹਨਾਂ ਨੂੰ ਮਿਲੇ, ਦਿੱਲੀ ਤੋਂ ਭੇਜੀ ਹੋਈ ਟੀਮ ਸੀ ਜਾਂ ਪੰਜਾਬ ਇਕਾਈ ਦੇ ਲੋਕ ਉਹਨਾਂ ਦੀ ਭੈਣ ਨੂੰ ਮਿਲੇ ਤੇ ਹੁਣ ਚਰਚਾ ਇਹ ਵੀ ਆ ਕਿ ਉਹ ਹੋ ਸਕਦਾ ਆ ਕਿ ਮੋਗੇ ਤੋਂ ਉਹ ਕੈਪਟਨ ਸਾਹਿਬ ਦੀ ਪਾਰਟੀ ਵੱਲੋਂ ਲੜਨ ਜਾਂ ਫਿਰ ਉਹ ਬੀਜੇਪੀ ਤੋਂ ਲੜਨ। ਤੇ ਜਿਹੜੀ ਉਹਦੇ ਵਿੱਚ ਜੇਕਰ ਇਦਾਂ ਹੁੰਦਾ ਤਾਂ ਫਿਰ ਸੋਨੂ ਸੂਦ ਬੀਜੇਪੀ ਲਈ ਪੰਜਾਬ 'ਚ ਪ੍ਰਚਾਰ ਕਰਦੇ ਵੀ ਨਜ਼ਰ ਆ ਸਕਦੇ ਆ। ਮੈਂ ਇੱਕ ਗੱਲ ਹੋਰ ਪਹਿਲਾਂ ਵੀ ਆਪਣੇ ਪ੍ਰੋਗਰਾਮ 'ਚ ਦੱਸ ਚੁੱਕਿਆ ਤੇ ਮੈਂ ਫਿਰ ਇੱਕ ਗੱਲ ਕਰਨੀ ਚਾਹੁੰਦਾ ਸਵਲੀਨ ਜੀ, ਬੀਜੇਪੀ ਦੇ ਸਿਰ ਕੋਈ ਵੀ ਪੰਜਾਬੀਆਂ ਦਾ ਨੁਕਸਾਨ ਕਰਨ ਵਾਲੀ ਗੱਲ ਸਾਹਮਣੇ ਨਹੀਂ ਆਉਂਦੀ ਸਿੱਧੇ ਤੌਰ ਤੇ। ਹਾਲਾਂਕਿ ਮੋਦੀ ਸਾਹਿਬ ਨੇ ਕੁਝ ਚੀਜ਼ਾਂ ਚੰਗੀਆਂ ਕੀਤੀਆਂ ਪਰ ਕਿਸਾਨ ਅੰਦੋਲਨ ਜ਼ਰੂਰ ਵੱਡੇ ਤੌਰ ਤੇ ਉਹਨਾਂ ਦੀ ਜਿਹੜੀ ਸੱਟ ਮਾਰਦਾ ਸੀ ਤੇ ਹੁਣ ਜੇ ਉਹ ਸਾਰੀਆਂ ਚੀਜ਼ਾਂ ਠੀਕ ਹੋ ਜਾਂਦੀਆਂ ਨੇ ਤੇ ਹਾਲਾਤ ਜਿਹੜੇ ਨੇ ਉਹ ਕਿਸੇ ਹੋਰ ਕਰਵਟ ਵੀ ਬੈਠ ਸਕਦੇ ਨੇ। ਜੀ ਬਿਲਕੁਲ ਜੀ, ਪੰਜਾਬ ਦੇ ਵਿੱਚ ਹਰ ਸਿਆਸਤਦਾਨ ਇਸ ਵੇਲੇ ਸਿਆਸੀ ਬੀਨ ਵਜਾ ਰਿਹਾ ਤੇ ਆਉਣ ਵਾਲੇ ਸਮੇਂ 'ਚ ਕਿਹੋ ਜਿਹੇ ਸੱਪ ਨਿਕਲਦੇ ਨੇ ਇਹ ਵੇਖਣ ਵਾਲੀ ਗੱਲ ਹੋਵੇਗੀ।
ਮੁੱਦੇ ਹਾਲੇ ਹੋਰ ਵੀ ਬਹੁਤ ਨੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਵਕਫੇ ਦਾ। ਜਲਦ ਹਾਜ਼ਰ ਹੁੰਨੇ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਗੱਲ ਕਰ ਰਹੇ ਸੀ ਅਸੀਂ ਪੰਜਾਬ ਦੀ ਰਾਜਨੀਤੀ ਦੀ, ਤੇ ਹੁਣ ਰੁਖ ਕਰਦੇ ਹਾਂ ਉੱਤਰ ਪ੍ਰਦੇਸ਼ ਦੀ ਰਾਜਨੀਤੀ ਦੇ ਵੱਲ, ਜਿੱਥੋਂ ਕਿ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਹੱਥ ਪੈਂਦਾ ਆ। ਤੇ ਜੇ ਮੋਟੀ-ਮੋਟੀ ਗੱਲ ਕਰਨੀ ਹੋਵੇ ਤੇ ਕੀ ਕੁਝ ਵਾਪਰ ਰਿਹਾ ਇਸ ਵੇਲੇ ਉੱਥੋਂ ਦੀ ਸਿਆਸਤ ਦੇ ਵਿੱਚ? ਦੇਖੋ ਸਵਲੀਨ ਜੀ, ਇਹ ਗੱਲ ਬਿਲਕੁਲ ਦਰੁਸਤ ਆ ਕਿ ਅਸੀਂ ਕਿਉਂਕਿ ਪੰਜਾਬ 'ਚ ਬੈਠੇ ਹਾਂ ਤੇ ਸਾਨੂੰ ਪੰਜਾਬ ਜਿਹੜਾ ਆ ਉਹ ਪਿਆਰਾ ਵੀ ਜ਼ਿਆਦਾ ਤੇ ਸਾਡੇ ਲਈ ਉਹ ਖਬਰਾਂ ਦੇ ਨਜ਼ਰੀਏ ਤੋਂ ਜਾਂ ਸਿਆਸਤ ਦੇ ਨਜ਼ਰੀਏ ਤੋਂ ਮਹੱਤਵਪੂਰਨ ਵੀ ਜ਼ਿਆਦਾ ਜੀ। ਪਰ ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਯੂਪੀ ਉਹ ਸਟੇਟ ਆ ਜਿੱਥੋਂ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਸਿੱਧਾ ਹੱਥ ਪੈਂਦਾ। 543 ਕੁੱਲ ਸੀਟਾਂ ਨੇ ਤੇ 80 ਕੱਲੀਆਂ ਯੂਪੀ ਦੇ ਕੋਲ ਨੇ। ਤੇ ਯੂਪੀ ਦੇ ਕੋਲ ਕੱਲੀਆਂ ਆਪਣੀਆਂ ਸੀਟਾਂ ਨਹੀਂ, ਯੂਪੀ ਦੇ ਲੋਕਾਂ ਦਾ ਬਾਕੀ ਦੀਆਂ ਸੀਟਾਂ ਦੇ ਪ੍ਰਭਾਵ ਤੇ ਯੂਪੀ ਦੇ ਲੋਕਾਂ ਦਾ ਬਾਕੀ ਦੇ ਦੇਸ਼ਾਂ ਦੇ ਵਿੱਚ, ਬਾਕੀ ਦੇ ਪ੍ਰਾਂਤਾਂ ਦੇ ਵਿੱਚ ਜਿਹੜਾ ਪ੍ਰਵਾਸ ਆ ਉਹ ਵੀ ਬੜਾ ਭਾਰੀ ਆ। ਤੇ ਇਹਨਾਂ ਦਾ ਸਿੱਧਾ ਜਿਹੜਾ ਅਸਰ ਆ ਉਹ ਬਹੁਤ ਸਾਰੀਆਂ ਸੀਟਾਂ ਦੇ ਉੱਤੇ ਹੋਰ ਵੀ ਪੈਂਦਾ। ਅਸੀਂ ਜਾਣਦੇ ਹਾਂ ਕਿ ਫਰਵਰੀ 22 ਦੇ ਵਿੱਚ ਜਿਹੜੀਆਂ ਇਲੈਕਸ਼ਨਸ ਹੋਣੀਆਂ ਨੇ, ਹੋ ਸਕਦਾ ਉਹ ਫਰਵਰੀ ਦੀ ਬਜਾਏ ਜਨਵਰੀ ਜਾਂ ਮਾਰਚ ਦੇ ਵਿੱਚ ਅਨਾਉਂਸ ਹੋ ਜਾਣ, ਯੂਪੀ ਦੇ ਵਿੱਚ ਖਾਸ ਕਰਕੇ, ਕਿਉਂਕਿ ਉੱਥੇ ਜਿਹੜੀਆਂ ਇਲੈਕਸ਼ਨਸ ਨੇ ਉਹ ਇੱਕ ਦਿਨ ਦੇ ਵਿੱਚ ਪਰਫਾਰਮ ਨਹੀਂ ਹੋਣੀਆਂ। ਬਹੁਤ ਵੱਡੀ ਜਿਹੜੀ ਆ ਉਹ ਸਟੇਟ ਆ। ਪੰਜਾਬ ਦੇ ਨਾਲ ਨਾਲ ਉੱਤਰ ਪ੍ਰਦੇਸ਼, ਉੱਤਰਾਖੰਡ, ਮਣੀਪੁਰ ਤੇ ਗੋਆ ਦੇ ਵਿੱਚ ਇਲੈਕਸ਼ਨ ਨੇ। ਤੇ ਉੱਤਰ ਪ੍ਰਦੇਸ਼ ਸਾਡੇ ਨਜ਼ਰੀਏ ਤੋਂ ਸਭ ਤੋਂ ਮਹੱਤਵਪੂਰਨ ਆ ਭਾਰਤ ਦੇ ਵਿੱਚ, ਚੋਣਾਂ ਦੇ ਨਜ਼ਰੀਏ ਤੋਂ ਵੀ, ਸਾਈਜ਼ ਦੇ ਨਜ਼ਰੀਏ ਤੋਂ ਵੀ, ਵੋਟਾਂ ਦੀ ਗਿਣਤੀ ਦੇ ਨਜ਼ਰੀਏ ਤੋਂ ਵੀ। ਉੱਥੇ ਵੀ ਜਿਹੜੀਆਂ ਚੋਣਾਂ ਨੇ ਉਹਨਾਂ ਦਾ ਜਿਹੜਾ ਬਿਗਲ ਆ ਉਹ ਵੱਜ ਚੁੱਕਿਆ। ਤੇ ਅਸੀਂ ਇਹ ਗੱਲ ਰਾਜਨੀਤੀ 'ਚ ਹੁੰਦੇ ਹੋਏ ਜਾਣਦੇ ਹਾਂ ਕਿ ਯੂਪੀ ਦੀਆਂ ਜਿਹੜੀਆਂ ਚੋਣਾਂ ਨੇ ਉਹ ਬਾਕੀ ਪ੍ਰਾਂਤਾਂ ਦੀਆਂ ਚੋਣਾਂ ਨਾਲੋਂ ਵੈਸੇ ਹੀ ਖਾਸ ਹੁੰਦੀਆਂ। ਯੂਪੀ ਦੇ ਬਿਹਾਰ ਵਿੱਚ ਜਿੰਨੀ ਜਾਤੀ ਦੇ ਤੇ ਧਰਮ ਦੇ ਪੱਤੇ ਖੇਡੇ ਜਾਂਦੇ ਨੇ, ਬਾਕੀਆਂ ਦੇ ਵਿੱਚ ਤੇ ਉਹਦਾ ਕੁਝ ਹਿੱਸਾ ਵੀ ਨਹੀਂ ਹੈਗਾ। ਉੱਥੇ ਬਹੁਤ ਬਰੀਕੀ ਦੇ ਨਾਲ ਇਸ ਗੱਲ ਨੂੰ ਬਾਚਿਆ ਜਾਂਦਾ ਕਿ ਜਾਟ ਕਿੱਥੇ ਨੇ, ਜਾਟਵ ਕਿੱਥੇ ਨੇ, ਚੌਧਰੀ ਕਿੱਥੇ ਨੇ, ਮੁਲਾਇਮ ਸਿੰਘ ਯਾਦਵ ਵਾਲੇ ਯਾਦਵ ਕਿੱਥੇ ਨੇ, ਹਿੰਦੂ ਕਿੱਥੇ ਨੇ, ਬ੍ਰਾਹਮਣ ਕਿੱਥੇ ਨੇ, ਤਿਆਗੀ ਕਿੱਥੇ ਨੇ, ਵੈਸ਼ ਕਿੱਥੇ ਨੇ, ਕੁਰਮੀ ਕਿੱਥੇ ਨੇ। ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉੱਥੇ ਬਹੁਤ ਧਿਆਨ 'ਚ ਰੱਖੀਆਂ ਜਾਂਦੀਆਂ। ਤੇ ਇਸੇ ਕਰਕੇ ਹੁਣ ਯੂਪੀ ਦੇ ਵਿੱਚ ਜਿਹੜਾ ਅਯੁੱਧਿਆ ਦਾ ਮੁੱਦਾ ਆ ਉਹਦੀ ਨਾਲ ਦੀ ਨਾਲ ਫਿਰ ਮਥੁਰਾ ਵਾਲੇ ਮੁੱਦੇ ਨੂੰ ਵੀ ਉਭਾਰਿਆ ਜਾ ਰਿਹਾ। ਅਸੀਂ ਜਿਹੜੇ ਧਰਮ ਨਾਲ ਜੁੜੇ ਹੋਏ ਥੋੜ੍ਹੇ ਬਹੁਤ ਲੋਕ ਆ ਜਾਂ ਸਿਆਸਤ ਨੂੰ ਜਿਹੜੇ ਜਾਣਦੇ ਲੋਕ ਨੇ, ਉਹ ਜਾਣਦੇ ਨੇ ਕਿ ਅਯੁੱਧਿਆ, ਕਾਸ਼ੀ ਤੇ ਮਥੁਰਾ ਤਿੰਨ ਅਜਿਹੀਆਂ ਧਾਰਮਿਕ ਸੰਸਥਾਵਾਂ ਨੇ, ਧਾਰਮਿਕ ਸ਼ਹਿਰ ਨੇ ਹਿੰਦੂਆਂ ਦੇ ਬਹੁਤ ਮਹੱਤਵਪੂਰਨ। ਜੇ ਅਯੁੱਧਿਆ ਦਾ ਲਗਾਵ ਜਾਂ ਜੁੜਾਵ ਭਗਵਾਨ ਸ਼੍ਰੀ ਰਾਮ ਨਾਲ ਆ ਤੇ ਮਥੁਰਾ ਦਾ ਭਗਵਾਨ ਸ਼੍ਰੀ ਕ੍ਰਿਸ਼ਨ ਨਾਲ ਆ, ਤੇ ਕਾਸ਼ੀ ਨੂੰ ਦੁਨੀਆ ਦੀ ਸਭ ਤੋਂ ਪੁਰਾਣੀ ਨਗਰੀ ਜਾਂ ਦੁਨੀਆ ਦਾ ਸਭ ਤੋਂ ਪੁਰਾਤਨ ਸ਼ਹਿਰ ਕਿਹਾ ਜਾਂਦਾ ਕਿ ਉੱਥੇ ਭਗਵਾਨ ਸ਼ਿਵ ਦਾ ਜਿਹੜਾ ਆ ਉਹ ਵਾਸ ਆ ਜੀ। ਤੇ ਇਹਨਾਂ ਤਿੰਨਾਂ ਹੀ ਸ਼ਹਿਰਾਂ ਦੇ ਵਿੱਚ ਵੱਡੇ ਹਿੰਦੂ ਮੰਦਿਰ ਨੇ ਤੇ ਇਹਨਾਂ ਤਿੰਨਾਂ ਹੀ ਸ਼ਹਿਰਾਂ ਦੇ ਮੰਦਿਰਾਂ ਨੂੰ ਮੁਸਲਮਾਨਾਂ ਦੇ ਦੌਰ ਵਿੱਚ ਤੋੜਿਆ ਗਿਆ ਦੱਸਿਆ ਜਾਂਦਾ। ਤੇ ਇਹਨਾਂ ਤਿੰਨਾਂ ਹੀ ਮੰਦਿਰਾਂ ਦੇ ਐਡਜੋਇਨਿੰਗ ਨਾਲ ਦੀ ਨਾਲ ਜਿਹੜੀਆਂ ਆ ਉਹ ਮਸਜਿਦਾਂ ਬਣੀਆਂ ਹੋਈਆਂ। ਉਹਨਾਂ ਦੇ ਕਰਕੇ ਹੀ ਕੋਰਟਾਂ ਦੇ ਵਿੱਚ, ਅਦਾਲਤਾਂ ਦੇ ਵਿੱਚ ਕੇਸ ਚੱਲਦੇ ਆ। ਤੇ ਇਹਨਾਂ ਮੁੱਦਿਆਂ ਨੂੰ ਲੈ ਕੇ ਬੀਜੇਪੀ ਨੇ ਆਪਣੀ ਜਿਹੜੀ ਰਾਜਨੀਤੀ ਆ ਉਹ ਸ਼ੁਰੂ ਕੀਤੀ। ਕਸਮ ਰਾਮ ਕੀ ਖਾਤੇ ਹੈ ਮੰਦਿਰ ਯਹੀ ਬਣਾਏਂਗੇ ਤੇ ਜਾਂ ਫਿਰ ਰਾਮ ਰਾਜ ਦੀ ਰੱਥ ਯਾਤਰਾ ਅਡਵਾਨੀ ਸਾਹਿਬ ਨੇ ਸ਼ੁਰੂ ਕੀਤੀ। ਉਹ ਸਾਰੀਆਂ ਗੱਲਾਂ ਸਾਰਿਆਂ ਨੂੰ ਜਾਣਕਾਰ 'ਚ ਨੇ। ਤੇ ਅਯੁੱਧਿਆ ਦਾ ਮਸਲਾ ਭਾਵੇਂ ਹੱਲ ਹੋ ਗਿਆ, ਪਰ ਫਿਰ ਵੀ ਬੀਤੇ ਦਿਨਾਂ ਦੇ ਵਿੱਚ ਮਥੁਰਾ ਵਾਲੀ ਕਹਾਣੀ ਜਿਹੜੀ ਆ ਉਹਨੂੰ ਉਭਾਰਨ ਦਾ ਯਤਨ ਕੀਤਾ ਜਾਂਦਾ। ਤੇ ਨਾਲ ਦੀ ਨਾਲ ਅਸੀਂ ਜਾਣਦੇ ਹਾਂ ਸਵਲੀਨ ਜੀ ਕਿ ਲਖੀਮਪੁਰ ਖੀਰੀ ਜਿਹੜੀ ਘਟਨਾ ਆ ਉਹਨੇ ਸਾਰੀ ਦੁਨੀਆ ਦੇ ਵਿੱਚ ਪ੍ਰਸਿੱਧੀ ਖੱਟੀ। ਆਪਣੀ ਇੱਕ ਬੇਕਿਰਕ ਡਰਾਈਵਿੰਗ ਕਰਕੇ ਜਾਂ ਇੱਕ ਜਾਣਬੁੱਝ ਕੇ ਇੱਕ ਮੰਤਰੀ ਦੇ ਪੁੱਤ ਨੇ ਕੁਝ ਲੋਕਾਂ ਨੂੰ ਦਰੜ ਕੇ ਮਾਰਿਆ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸੁਪਰੀਮ ਕੋਰਟ ਦੀ 4-5 ਵਾਰ ਸਟੇਟ ਦੀ ਸਰਕਾਰ ਨੂੰ ਝਾੜ ਲਾਉਣ ਦੇ ਬਾਵਜੂਦ ਵੀ ਜਿਹੜੀ ਕੇਂਦਰ ਦੀ ਸਰਕਾਰ ਆ ਉਹਨੇ ਉਸ ਮੰਤਰੀ ਨੂੰ ਬਰਖਾਸਤ ਫਿੱਟੇ ਮੂੰਹ ਤੱਕ ਨਹੀਂ ਕਿਹਾ। ਉਹਨੂੰ ਸੱਦ ਕੇ ਪੁੱਛਣ ਦੀ ਗੱਲ ਵੀ ਨਹੀਂ ਕੀਤੀ। ਹਾਲਾਂਕਿ ਉਹਨੂੰ ਸ਼ਾਬਾਸ਼ੀ ਦਿੱਤੀ ਤੇ ਕੋਈ ਗੱਲ ਨਹੀਂ, ਤੁਸੀਂ ਕੰਟੀਨਿਊ ਕਰੋ। ਤੇ ਅਸੀਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਮੋਦੀ ਸਾਹਿਬ ਜਿਹਦੇ ਪਰ ਕੱਟਦੇ ਨੇ ਉਹਨੂੰ ਕੋਲ ਬਹਿਣ ਵੀ ਨਹੀਂ ਦਿੰਦੇ। ਤੇ ਅੱਜ ਤੱਕ ਜੇ ਉਸ ਬੰਦੇ ਨੂੰ ਨਾਲ ਰੱਖਿਆ ਹੋਇਆ ਤੇ ਉਹਦੀ ਵਜ੍ਹਾ ਸਿਰਫ ਔਰ ਸਿਰਫ ਯੂਪੀ ਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਚੋਣਾਂ ਨੇ। ਤੇ ਇਹ ਗੱਲ ਵੀ ਅਸੀਂ ਬਹੁਤ ਵਾਰ ਜਾਣ ਚੁੱਕੇ ਹਾਂ, ਸਮਝ ਚੁੱਕੇ ਹਾਂ, ਦੇਖ ਚੁੱਕੇ ਹਾਂ ਕਿ ਮੋਦੀ ਤੇ ਸ਼ਾਹ ਦੀ ਜੋੜੀ ਨੂੰ ਜੇ ਸਾਰੇ ਭਾਰਤ ਦੇ ਵਿੱਚ ਕੋਈ ਬੀਜੇਪੀ ਦਾ ਬੰਦਾ ਉਹਨਾਂ ਦੀਆਂ ਅੱਖਾਂ 'ਚ ਰੜਕਦਾ ਤੇ ਉਹ ਯੋਗੀ ਨੇ ਜੀ। ਪਰ ਉਹਨਾਂ ਨੂੰ ਸਹਾਰਨਾ ਪੈ ਰਿਹਾ ਤੇ ਐਡਜਸਟ ਕਰਨਾ ਪੈ ਰਿਹਾ, ਕਿਉਂਕਿ ਉਹ ਜਿੱਤਦੇ ਨੇ ਤਾਂ ਵੀ ਇਹਨਾਂ ਲਈ ਮੁਸ਼ਕਿਲ ਨੇ, ਹਾਰਦੇ ਨੇ ਤਾਂ ਵੀ ਇਹਨਾਂ ਲਈ ਮੁਸ਼ਕਿਲ ਨੇ। ਤੇ ਉਹਨਾਂ ਦਾ ਕੱਦ ਬੁੱਤ ਵੀ ਉਹਨਾਂ ਦਾ ਇਹੋ ਜਿਹਾ ਆ
ਕਿ ਗੋਰਖਪੁਰ ਦੇ ਵਿੱਚ ਉਹ ਮਠਾਧੀਸ਼ ਰਹੇ ਨੇ, ਬਹੁਤ ਵਾਰ MP ਰਹੇ ਨੇ, ਤੇ ਉਹ ਧਰਮ ਅਤੇ ਜਾਤੀ ਵਾਲੀ ਠਾਕੁਰ ਵਾਲੀ ਰਾਜਨੀਤੀ ਦੇ ਵਿੱਚ ਫਿੱਟ ਬੈਠਦੇ ਨੇ, ਤੇ RSS ਤੋਂ ਹਾਲਾਂਕਿ ਉਹ ਸਿੱਧੇ ਨਹੀਂ ਆਉਂਦੇ, ਪਰ ਬੀਤੇ ਦਿਨਾਂ ਦੇ ਵਿੱਚ ਉਹ RSS ਦੇ ਵੀ ਵੱਧ ਨੇੜੇ ਹੋਏ ਨਜ਼ਰ ਆਉਂਦੇ ਨੇ ਜੀ। ਤੇ ਕੱਲ ਦਾ ਜਿਹੜਾ ਮੋਦੀ ਸਾਹਿਬ ਦਾ ਦੌਰਾ ਸੀ ਉਹ ਵੀ ਗੋਰਖਪੁਰ 'ਚ ਸੀ। ਉੱਥੇ ਉਹਨਾਂ ਨੇ ਇੱਕ ਖਾਦ ਦੇ ਕਾਰਖਾਨੇ ਦਾ ਉਦਘਾਟਨ ਕੀਤਾ, ਪਰ ਉਹ ਉਦਘਾਟਨ ਉਹਨੂੰ ਕੀ ਕਹੀਏ, ਉਹ ਪੁਰਾਣਾ ਕਾਰਖਾਨਾ ਸੀ, ਉੱਥੇ 31 ਸਾਲ ਤੋਂ ਬੰਦ ਪਿਆ ਸੀ, ਉਹਨੂੰ ਦੁਬਾਰਾ ਸ਼ੁਰੂਆਤ ਕੀਤੀ ਆ, ਤੇ ਨਾਲ ਦੀ ਨਾਲ ਉੱਥੇ ਏਮਜ਼ ਵਰਗੇ ਇੱਕ ਹਸਪੀਟਲ ਦਾ ਉਦਘਾਟਨ ਜਿਹੜਾ ਹੈ ਉਹ ਜ਼ਰੂਰ ਕੀਤਾ ਜੀ। ਤੇ ਦੂਸਰੀ ਗੱਲ ਜਿਹੜੀ ਉੱਥੇ ਉਹਨਾਂ ਨੇ ਖਾਸ ਤੌਰ ਤੇ ਕੀਤੀ ਆ, ਕਈ ਹਜ਼ਾਰ ਕਰੋੜ ਦੇ ਪ੍ਰੋਜੈਕਟਾਂ ਦੀ ਘੋਸ਼ਣਾ ਕੀਤੀ, ਜਿੱਦਾਂ ਉਹ ਅਕਸਰ ਕਰਦੇ ਨਜ਼ਰ ਆਉਂਦੇ ਨੇ ਜਿੱਥੇ ਵੀ ਜਿਹੜੀ ਸਟੇਟ 'ਚ ਵੀ ਉਹ ਜਾਂਦੇ ਨੇ। ਅਸੀਂ ਤਾਂ ਹੁਣ ਉਡੀਕ 'ਚ ਆ ਕਿ ਉਹ ਪੰਜਾਬ ਕਦੋਂ ਆਉਂਦੇ ਨੇ ਤੇ ਕਦੋਂ ਇੱਥੇ ਆ ਕੇ ਕੋ ਲੱਖਾਂ ਕਰੋੜਾਂ ਦੀਆਂ ਘੋਸ਼ਣਾਵਾਂ ਕਰ ਦੇਣ, ਕਿਤੇ ਕਰਜ਼ਾ ਹੀ ਪੰਜਾਬ ਵਾਲਾ ਉਹ ਲਾ ਦੇਣ ਤੇ ਚੰਗਾ ਜੀ। ਉੱਥੇ ਜਿਹੜੀ ਉਹਨਾਂ ਨੇ ਗੱਲ ਕਹੀ, ਤੁਹਾਨੂੰ ਯਾਦ ਹੋਣਾ ਆ ਕਿ ਜਦੋਂ BJP ਇਲੈਕਸ਼ਨ ਮੋਡ 'ਚ ਸੀ, ਬੰਗਾਲ ਦੀਆਂ ਇਲੈਕਸ਼ਨ ਚੱਲਦੀਆਂ ਸੀ, ਤੇ ਮੋਦੀ ਸਾਹਿਬ ਨੇ ਦੀਦੀ ਉਹ ਦੀਦੀ ਵਰਗੇ ਡਾਇਲੌਗ ਕੀਤੇ ਸੀ। ਬਿਲਕੁਲ। ਤੇ ਇੱਥੇ ਆ ਕੇ ਵੀ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਜਿਹੜੇ ਲਾਲ ਟੋਪੀ ਵਾਲੇ ਨੇ ਇਹ ਯੂਪੀ ਲਈ ਖਤਰਾ ਨੇ। ਹੁਣ ਉਹ ਲਾਲ ਟੋਪੀ ਵਾਲੇ ਕੌਣ ਨੇ? ਅਸੀਂ ਜਾਣਦੇ ਹਾਂ ਕਿ ਸਮਾਜਵਾਦੀ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਇੱਕ ਲਾਲ ਰੰਗ ਦੀ ਟੋਪੀ ਜਿਹੜੀ ਆ ਉਹ ਪਹਿਨਦੇ ਨੇ ਜੀ। ਸੋ ਇਹ ਇੱਕ ਖਾਸ ਤਰ੍ਹਾਂ ਦੀ ਉਹਨਾਂ ਦੀ ਰਾਜਨੀਤੀ ਆ, ਆਪਣੇ ਜਿਹੜੇ ਚਾਹਣ ਵਾਲੇ ਨੇ ਉਹਨਾਂ ਨੂੰ ਨਾਲ ਜੋੜ ਕੇ ਰੱਖਦੇ ਨੇ, ਤੇ ਦੂਜਿਆਂ ਦੀ ਉਹ ਇੱਕ ਹੱਦ ਤੋਂ ਥੱਲੇ ਡਿੱਗ ਕੇ ਜਿਹੜੀ ਆ ਉਹ ਬੁਰਾਈ ਕਰਦੇ ਨੇ, ਜਿਹਦੇ ਨਾਲ ਫਿਰ ਲੋਕ ਬੜੇ ਖੁਸ਼ ਹੁੰਦੇ ਨੇ ਕਿ ਸਾਡਾ ਲੀਡਰ ਬੜਾ ਬੇਖੌਫ ਹੋ ਕੇ ਬੋਲਦਾ। ਪਰ ਤੁਸੀਂ ਜਿੱਦਾਂ ਹੁਣੀ ਅਸੀਂ ਪੰਜਾਬ ਦੀਆਂ ਗੱਲਾਂ ਕਰਦੇ ਸੀ, ਇਹ ਜਿਹੜੀਆਂ ਗੱਲਾਂ ਨੇ ਇਹ ਸਿਰਫ ਗੱਲਾਂ ਦੀਆਂ ਗੱਲਾਂ ਨੇ। ਕਿਸੇ ਨੂੰ ਤੁਸੀਂ ਲਾਲ ਟੋਪੀ ਵਾਲਾ ਕਹਿ ਦਿਓ ਜਾਂ ਹਰੀ ਟੋਪੀ ਵਾਲਾ ਕਹਿ ਦਿਓ, ਉਹਦੇ 'ਚ ਤੁਹਾਡੀ ਸਟੇਟਸਮੈਨਸ਼ਿਪ ਨਹੀਂ ਹੈਗੀ। ਸਟੇਟਸਮੈਨਸ਼ਿਪ ਤਾਂ ਇਸ ਗੱਲ ਦੇ ਵਿੱਚ ਹੈ ਕਿ ਕੀ ਤੁਸੀਂ ਇਸੇ ਰਾਜ ਦੇ ਵਿੱਚ ਹੁੰਦਿਆਂ ਜਦੋਂ ਕੋਵਿਡ ਦਾ ਦੌਰ ਸੀ ਉਦੋਂ ਵੀ ਤੁਸੀਂ ਕੋਈ ਗੱਲ ਕੀਤੀ? ਜਿਹੜੇ ਲੋਕ ਮਰੇ ਸੀ, ਜਿਹੜੀਆਂ ਲਾਸ਼ਾਂ ਨਦੀਆਂ 'ਚ ਤੈਰਦੀਆਂ ਦੇਖੀਆਂ, ਉਹਨਾਂ ਲਈ ਤੁਸੀਂ ਕੀ ਕੀਤਾ? ਤੇ ਤੁਸੀਂ ਉਹ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਯੋਗੀ ਦੀ ਜਿਹੜੀ ਆ ਉਹ ਪਿੱਠ ਥਾਪੜੀ ਕਿ ਤੁਸੀਂ ਬਹੁਤ ਚੰਗਾ ਕੰਮ ਕੀਤਾ। ਤੇ ਜਦੋਂ 6 ਮਹੀਨੇ ਪਹਿਲਾਂ BL ਸੰਤੋਸ਼ ਭਾਜਪਾ ਦੇ ਸੰਗਠਨ ਮੰਤਰੀ ਯੂਪੀ 'ਚ ਗਏ ਸੀ, ਤੇ ਉਦੋਂ ਉੱਥੇ ਦੇ ਬਹੁਤੇ MLAs ਨੇ ਤੇ ਬਹੁਤੇ ਮਿਨਿਸਟਰਸ ਨੇ ਯੋਗੀ ਦੀ ਜਿਹੜੀ ਆ ਉਹ ਖਿਲਾਫਤ ਕੀਤੀ ਸੀ, ਤੇ ਉਸ ਸਭ ਦੇ ਬਾਵਜੂਦ ਵੀ ਜਿਹੜੀ ਕਹਾਣੀ ਆ ਉਹ ਉੱਥੇ ਦੀ ਉੱਥੇ ਜਿਹੜੀ ਆ ਉਹ ਰਹੀ, ਤੇ ਯੋਗੀ ਆਪਣਾ ਦਬਦਬਾ ਕਾਇਮ ਰੱਖਣ ਦੇ ਵਿੱਚ ਕਾਮਯਾਬ ਰਹੇ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਿਆਸਤ ਨੂੰ ਫਿੱਟ ਕਰਦੀਆਂ ਨੇ। ਸੋ ਮੋਦੀ ਸਾਹਿਬ ਦਾ ਜਿਹੜਾ ਦੌਰਾ ਸੀ ਉਹ ਬਹੁਤਾ ਸਿਆਸੀ ਸੀ, ਹਾਲਾਂਕਿ ਕੁਝ ਉਦਘਾਟਨ ਜਾਂ ਕੁਝ ਉਹਨਾਂ ਨੇ ਉੱਥੇ ਯੋਜਨਾਵਾਂ ਦੀ ਘੋਸ਼ਣਾ ਵੀ ਕੀਤੀ, ਪਰ ਫਿਰ ਵੀ ਉੱਥੇ ਕੁੱਲ ਮਿਲਾ ਕੇ ਜਿਹੜੀ ਆ ਉਹ ਵੰਡ ਦੀ ਰਾਜਨੀਤੀ ਤੇ ਦੂਸਰਿਆਂ ਨੂੰ ਨੀਵਾਂ ਦਿਖਾਉਣ ਵਾਲਾ ਜਿਹੜਾ ਕੰਮ ਆ ਉਹ ਜਾਰੀ ਆ। ਜੀ ਸ਼ਰਮਾ ਜੀ, ਇਹ ਗੱਲ ਤੇ ਤੁਸੀਂ ਮੋਦੀ ਵਾਲੀ ਧਿਰ ਦੀ ਦੱਸੀ ਆ, ਜੇਕਰ ਦੂਜੀਆਂ ਧਿਰਾਂ ਦੀ ਗੱਲ ਕਰਨੀ ਹੋਵੇ ਤੇ ਉਹਨਾਂ ਬਾਰੇ ਕੀ ਅਪਡੇਟ ਹੈ? ਦੇਖੋ ਜੀ, ਇਸ ਵੇਲੇ ਜੇਕਰ ਅਸੀਂ ਯੂਪੀ ਦੀ ਗੱਲ ਕਰੀਏ ਤੇ ਕਾਂਗਰਸ ਉੱਥੇ ਪਿਛਲੀ ਵਾਰ ਦੀ ਤਰ੍ਹਾਂ ਹਾਸ਼ੀਏ ਤੇ ਆ। ਹਾਲਾਂਕਿ ਪ੍ਰਿਯੰਕਾ ਗਾਂਧੀ ਆਪਣੇ ਤੌਰ ਤੇ ਬਹੁਤ ਜ਼ੋਰ ਲਾਉਂਦੇ ਨਜ਼ਰ ਆਏ ਨੇ, ਪਰ ਫਿਰ ਵੀ ਉਹ ਉਹਨਾਂ ਜਿਹੜਾ ਆ ਸਾਹ ਹਾਲੇ ਤੱਕ ਕਾਂਗਰਸ 'ਚ ਭਰ ਨਹੀਂ ਸਕੇ। ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਹੋਰ ਘਟਨਾਵਾਂ ਹੋਣ, ਕੋਈ ਹੋਰ ਘਟਨਾ ਚੱਕਰ ਦੇ ਵਿੱਚ ਕੁਝ ਬਦਲਾਅ ਆਵੇ ਤਾਂ ਉਹ ਕਹਿ ਨਹੀਂ ਸਕਦੇ। ਪਰ ਸਮਾਜਵਾਦੀ ਪਾਰਟੀ, ਜੇਕਰ ਅਸੀਂ ਮੁਲਾਇਮ ਸਿੰਘ ਯਾਦਵ ਦੀ ਗੱਲ ਕਰੀਏ ਤੇ ਉਹਨਾਂ ਦੇ ਪੁੱਤਰ ਅਖਿਲੇਸ਼ ਯਾਦਵ ਪਿਛਲੀ ਸਰਕਾਰ 'ਚ ਮੁੱਖ ਮੰਤਰੀ ਰਹੇ। ਉਹਨਾਂ ਦੀ ਫੈਮਿਲੀ ਦਾ ਝਗੜਾ ਬਹੁਤ ਲੰਬੇ ਤੌਰ ਦੇ ਉੱਤੇ ਅਸੀਂ ਦੇਖਿਆ ਕਿ ਉਹਨਾਂ ਦੇ ਚਾਚੇ ਦੇ ਨਾਲ, ਸ਼ਿਵਪਾਲ ਯਾਦਵ ਨਾਲ ਜਾਂ ਦੂਸਰਿਆਂ ਨਾਲ ਜਿਹੜਾ ਸੀ ਉਹ ਰੇੜਕਾ ਚੱਲਦਾ ਰਿਹਾ। ਪਰ ਇਸ ਵਾਰ ਉੱਥੇ ਜਿਹੜਾ ਆ ਉਹ ਬਦਲਾਵ ਕਾਫੀ ਹੱਦ ਤੱਕ ਨਜ਼ਰ ਆਉਂਦਾ। ਉਹਨਾਂ ਦੇ ਨਾਲ ਦੀ ਨਾਲ ਜਿਹੜੀ ਰਾਸ਼ਟਰੀ ਲੋਕ ਦਲ, ਜਿਹੜੀ ਚੌਧਰੀ ਅਜੀਤ ਸਿੰਘ ਵਾਲੀ ਪਾਰਟੀ, ਉਹਨਾਂ ਦੇ ਵਿੱਚ ਉਹਨਾਂ ਦੀ ਹਾਲਾਂਕਿ ਮੌਤ ਹੋ ਗਈ ਬੀਤੇ ਦਿਨੀ, ਤੇ ਜਯੰਤ ਚੌਧਰੀ ਜਿਹੜੇ ਉਹਨਾਂ ਦੇ ਸੁਪੁੱਤਰ ਨੇ, ਤੀਜੀ ਪੀੜ੍ਹੀ ਆ ਰਾਜਨੀਤੀ ਦੀ। ਜਯੰਤ ਚੌਧਰੀ ਵੈਸਟਰਨ ਯੂਪੀ ਦੇ ਵਿੱਚ ਟਕੈਤ ਐਂਡ ਪਾਰਟੀ, ਜਿਹੜਾ ਭਾਰਤੀ ਕਿਸਾਨ ਯੂਨੀਅਨ ਦੇ ਨੇ ਲੀਡਰ, ਉਹਨਾਂ ਦੇ ਨਾਲ ਸਮਰਥਨ ਦੇ ਵਿੱਚ ਆ ਕੇ ਇਸ ਵਾਰ ਕਾਫੀ ਸਟਰੋਂਗ ਨਜ਼ਰ ਆਉਂਦੇ ਨੇ। ਤੇ ਅਖਿਲੇਸ਼ ਯਾਦਵ ਦੀ ਜਿਹੜੀ ਸਿਆਸੀ ਵਿਰਾਸਤ ਸਵਲੀਨ ਜੀ ਇਹ ਦੱਸਦੀ ਆ ਕਿ ਉਹ 2002 ਤੋਂ ਜਾਂ 2012 ਤੋਂ ਜਦੋਂ ਤੋਂ ਰਾਜਨੀਤੀ 'ਚ ਆਏ ਨੇ, ਅਪਰੋਕਸੀਮੇਟਲੀ 2002 ਤੋਂ, ਉਦੋਂ ਤੋਂ ਲੈ ਕੇ ਉਹ ਕੋਈ ਵੀ ਆਪਣੀ ਚੋਣ ਜਿਹੜੀ ਆ ਉਹ ਹਾਰੇ ਨਹੀਂ। ਹਾਲਾਂਕਿ ਉਹਨਾਂ ਦੀ ਵਾਈਫ ਇੱਕ ਵਾਰ ਜ਼ਰੂਰ ਇਲੈਕਸ਼ਨ ਹਾਰੀ ਆ, ਪਰ ਉਹਨਾਂ ਨੇ ਕੋਈ ਵੀ ਇਲੈਕਸ਼ਨ ਹਾਲੇ ਹਾਰੀ ਨਹੀਂ। ਤੇ ਰਾਸ਼ਟਰੀ ਲੋਕ ਦਲ ਜਿਹੜੀ ਆ, ਹਾਲਾਂਕਿ ਉਹ ਵੱਡੀ ਧਿਰ ਆ, ਕਿਸਾਨ ਜਮਾਤ ਦਾ ਉਹਨਾਂ ਨੂੰ ਸਮਰਥਨ ਹਾਸਲ ਆ, ਤੇ ਉਹਨਾਂ ਨੇ ਹਾਲੇ ਤੱਕ ਆਪਣੀ ਜਿਹੜੀ ਹੋਣ ਦੀ ਲੜਾਈ ਆ ਉਹ ਲੜਨੀ ਆ। ਜਯੰਤ ਚੌਧਰੀ ਨੇ ਹਾਲੇ ਕੋਈ ਸੀਟ ਆਪ ਲੜੀ ਨਹੀਂ ਤੇ ਜਿੱਤੀ ਵੀ ਨਹੀਂ, ਪਰ ਉਹਨਾਂ ਨੇ ਬੀਤੇ ਦਿਨੀ ਇਕੱਠੇ ਹੋ ਕੇ ਇੱਕ ਰੈਲੀ ਕੀਤੀ, ਤੇ ਉੱਥੇ ਜਿਹੜਾ ਭੀੜ ਆ ਉਹ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਸੀ। ਤੇ ਨਾਲ ਦੀ ਨਾਲ ਉੱਥੇ ਉਹਨਾਂ ਨੇ ਕੁਝ ਭਾਈਚਾਰਕ ਸਾਂਝ ਦੀਆਂ ਗੱਲਾਂ ਕੀਤੀਆਂ। ਜਿੱਦਾਂ ਅਸੀਂ ਜਾਣਦੇ ਹਾਂ ਕਿ ਯੂਪੀ ਦੇ ਵਿੱਚ ਵੈਸਟਰਨ ਯੂਪੀ 'ਚ ਖਾਸ ਤੌਰ ਤੇ ਜਿਹੜੀਆਂ 100 ਤੋਂ 130-35 ਤੱਕ ਸੀਟਾਂ ਦੱਸੀਆਂ ਜਾਂਦੀਆਂ, ਉੱਥੇ BJP ਦਾ ਆਧਾਰ ਕਾਫੀ ਕਮਜ਼ੋਰ ਹੁੰਦਾ ਸੀ, ਪਰ 2012 ਵਾਲੇ ਦੰਗਿਆਂ ਤੋਂ ਬਾਅਦ BJP ਉੱਥੇ ਬਹੁਤ ਸਟਰੋਂਗ ਹੋਈ। ਤੇ ਇਸ ਗੱਲ ਦੀ ਸਮਝ ਹੁਣ ਲੱਗਦਾ ਆ ਕਿ ਅਖਿਲੇਸ਼ ਯਾਦਵ ਨੂੰ ਤੇ ਰਾਸ਼ਟਰੀ ਲੋਕ ਦਲ ਨੂੰ ਆ ਗਈ ਆ। ਉਹਨਾਂ ਨੇ ਉੱਥੇ ਭਾਈਚਾਰਕ ਸਾਂਝ ਦਾ ਪ੍ਰਗਟਾਵਾ ਕੀਤਾ।
ਮੁਜ਼ੱਫਰਨਗਰ ਰੈਲੀ ਜਦੋਂ ਮਹਾਪੰਚਾਇਤ ਕਰਦੇ ਆ BKU ਵਾਲੇ ਜਾਂ ਕਿਸਾਨ ਅੰਦੋਲਨ, ਤੇ ਉਦੋਂ ਵੀ ਉੱਥੇ ਉਸ ਇੱਕੋ ਹੀ ਸਟੇਜ ਤੋਂ ਅੱਲਾਹੂ ਅਕਬਰ, ਜੈ ਸ਼੍ਰੀ ਰਾਮ ਤੇ ਹਰ ਹਰ ਮਹਾਦੇਵ ਦੇ ਨਾਅਰੇ ਜਿਹੜੇ ਆ ਉਹ ਲੱਗਦੇ ਸੀ ਜੀ। ਤੇ ਇਸੇ ਤਰੀਕੇ ਦੇ ਨਾਲ ਇਹ ਜਿਹੜੀ ਭਾਈਚਾਰਕ ਸਾਂਝ ਆ, ਜੇਕਰ ਉਹ ਨਿਭਦੀ ਆ, ਜੇਕਰ ਇਹ ਧਿਰਾਂ, ਖਾਸ ਤੌਰ ਤੇ ਇਹ ਦੋਨੋਂ ਨੌਜਵਾਨ ਨੇ, ਅਖਿਲੇਸ਼ ਯਾਦਵ ਵੀ ਤੇ ਜਯੰਤ ਚੌਧਰੀ ਵੀ, ਤੇ ਜੇਕਰ ਇਹਨਾਂ ਨੂੰ ਕਿਸਾਨਾਂ ਵਾਲਾ ਸਾਥ ਜਿਹੜਾ ਆ ਉਹ ਮਿਲਦਾ ਆ, ਤੇ ਵੈਸਟਰਨ ਯੂਪੀ ਦੇ ਵਿੱਚ ਹੋ ਸਕਦਾ ਆ ਉਹ ਇੱਕ ਵੱਡਾ ਡੈਂਟ ਜਿਹੜਾ ਆ BJP ਨੂੰ ਦੇਣ ਦੇ ਵਿੱਚ ਕਾਮਯਾਬ ਰਹਿਣ। ਕਿਸਾਨ ਅੰਦੋਲਨ ਦਾ ਸਾਥ ਜੇਕਰ ਇਹਨਾਂ ਧਿਰਾਂ ਨੂੰ ਮਿਲਦਾ, ਜੇ ਯੂਪੀ ਦੇ ਵਿੱਚ ਕੁਝ ਇਹੋ ਜਿਹੀਆਂ ਘਟਨਾਵਾਂ ਘਟਦੀਆਂ ਨੇ ਜਿਹਦੇ ਨਾਲ ਕਿਸਾਨ ਜਿਹੜੇ ਲੋਕ ਨੇ ਉਹ ਇਕਮੁੱਠ ਹੋ ਜਾਣ, ਤੇ ਜਿੱਦਾਂ ਮੈਂ ਦੱਸਿਆ ਕਿ ਜਾਟ, ਜਾਟਵ ਤੇ ਮੁਸਲਿਮ ਤੇ ਦਲਿਤ ਜਿਹੜੇ ਕਿ BJP ਤੋਂ ਥੋੜ੍ਹੇ ਜਿਹੇ ਵੱਖ ਸਾਈਡ ਤੋਂ ਹੋ ਕੇ ਚੱਲਦੇ ਨੇ, ਜੇਕਰ ਉਹਨਾਂ ਨੂੰ ਇਹ ਦੋਨੋਂ ਧਿਰਾਂ ਆਪਸ ਦੇ ਵਿੱਚ ਇਕੱਠੀਆਂ ਕਰਕੇ ਚਲਾਉਣ ਦੇ ਵਿੱਚ ਕਾਮਯਾਬ ਹੋ ਜਾਣ, ਹਾਲਾਂਕਿ ਇਹ ਗੱਲਾਂ ਕਹਿਣ ਨੂੰ ਬਹੁਤ ਸੌਖੀਆਂ ਲੱਗਦੀਆਂ ਤੇ ਧਰਾਤਲ ਦੇ ਉੱਤੇ ਕਰਨੀਆਂ ਔਖੀਆਂ, ਤੇ ਫਿਰ ਹੋ ਸਕਦਾ ਹੈ ਕਿ ਯੂਪੀ ਦੇ ਰਿਜ਼ਲਟ ਕੁਝ ਹੋਰ ਤਰ੍ਹਾਂ ਦੇ ਸਾਡੇ ਸਾਹਮਣੇ ਆਉਣ। ਜੀ ਸ਼ਰਮਾ ਜੀ, ਮੁੱਦੇ ਤੇ ਹਾਲੇ ਹੋਰ ਵੀ ਬੜੇ ਨੇ, ਪਰ ਪ੍ਰੋਗਰਾਮ ਦਾ ਸਮਾਂ ਜਿਹੜਾ ਇੱਥੇ ਖਤਮ ਹੋ ਗਿਆ। ਤੁਸੀਂ ਸਟੂਡੀਓ 'ਚ ਆਏ, ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਨੈਸ਼ਨਲ TV ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।